ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਜ ਗੱਲ ਕਰਨੀ ਹੈ ਸੋਰੀਅਸਿਸ ਦੀ। ਸੋਰੀਅਸਿਸ ਸਕਿਨ ਦੀਆਂ ਸਮੱਸਿਆਵਾਂ ਦੀ ਗੱਲ ਕਰ ਰਹੇ ਸੀ ਆਪਾਂ। ਉਹਦੇ 'ਚ ਕਈ ਆਪਾਂ ਗੱਲ ਕੀਤੀ ਸੀ, ਸਿਕਰੀ ਦੀ ਗੱਲ ਕੀਤੀ, ਫਿਰ ਆਪਾਂ ਦੰਦਾਂ ਦੀ ਗੱਲ ਕੀਤੀ, ਫਿਰ ਆਪਾਂ ਸਕੇਬੀਜ਼ ਦੀ ਗੱਲ ਕੀਤੀ, ਤੋ ਇਹ ਫੋੜੇ ਫਿੰਸੀਆਂ ਦੀ ਗੱਲ ਕੀਤੀ। ਤੋ ਅੱਜ ਆਪਾਂ ਜਿਹੜੀ ਇਹ ਬਹੁਤ ਹੀ ਇੱਕ ਕਾਮਨ ਬਿਮਾਰੀ ਹੈ, ਆਮ ਬਿਮਾਰੀ ਹੈ, ਉਹ ਵੀ ਕਾਫੀ ਆਮ ਹੈ। ਇੰਨੀ ਆਮ ਨਹੀਂ ਜਿੰਨੀਆਂ ਇਹ ਲਾਗ ਦੀਆਂ ਬਿਮਾਰੀਆਂ ਹੁੰਦੀਆਂ ਨੇ, ਉਹ ਤਾਂ ਜ਼ਿਆਦਾ ਹੁੰਦੀਆਂ ਨੇ, ਲੇਕਿਨ ਇਹ ਲਾਗ ਦੀ ਬਿਮਾਰੀ ਨਹੀਂ ਹੈ। ਪਹਿਲੀ ਗੱਲ ਤਾਂ ਸੋਰੀਅਸਿਸ ਲਾਗ ਦੀ ਬਿਮਾਰੀ ਨਹੀਂ ਹੈ, ਪਹਿਲੀ ਗੱਲ। ਦੂਜੀ ਗੱਲ, ਸੋਰੀਅਸਿਸ ਤੇ ਸਿਰੋਸਿਸ ਦੋ ਮਿਲਦੇ ਜੁਲਦੇ ਨਾਂ ਨੇ, ਕਈ ਵਾਰੀ ਆਪਾਂ ਕਨਫਿਊਜ਼ ਕਰ ਜਾਂਦੇ ਹਾਂ। ਸੋਰੀਅਸਿਸ ਚਮੜੀ ਦੀ ਬਿਮਾਰੀ ਹੈ, ਚਲੋ ਅੱਗੇ ਦੇਖਦੇ ਹਾਂ ਆਪਾਂ, ਚਮੜੀ ਦੀ ਬਿਮਾਰੀ ਵੀ ਨਾਲ ਹੋਰ ਰੰਗਾਂ ਦੀ ਵੀ ਹੈ। ਲੇਕਿਨ ਸਿਰੋਸਿਸ ਜਿਹੜੀ ਉਹ ਲਿਵਰ ਦੀ ਬਿਮਾਰੀ ਹੈ। ਲਿਵਰ ਜਦੋਂ ਖਰਾਬ ਹੋ ਜਾਂਦਾ ਉਹਨੂੰ ਸਿਰੋਸਿਸ ਕਹਿੰਦੇ ਆ। ਸੋਰੀਅਸਿਸ ਜਿਹੜੀ ਹੈ ਚਮੜੀ ਦੀ ਬਿਮਾਰੀ ਹੈ, ਲੇਕਿਨ ਹੋਰ ਰੰਗਾਂ ਨੂੰ ਵੀ ਕਰਦੀ ਹੈ ਇਨਵੋਲਵ। ਸੋਰੀਅਸਿਸ ਜਿਹੜੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਆਟੋ ਇਮਿਊਨ ਡਿਸਆਰਡਰ। ਆਟੋ ਦਾ ਮਤਲਬ ਆਟੋ ਮੀਨਸ ਆਪਣੇ ਆਪ ਨੂੰ। ਆਟੋ ਰਿਕਸ਼ਾ, ਆਟੋ ਵਹੀਕਲ, ਆਟੋ ਦਾ ਮਤਲਬ ਜਿਹੜਾ ਆਪਣੇ ਆਪ ਚੱਲਣ ਵਾਲਾ। ਕਿਉਂਕਿ ਪੁਰਾਣੇ ਡੰਗਰਾਂ ਨਾਲ ਚੱਲਦੇ ਸੀ, ਐਨੀਮਲ ਨਾਲ ਚੱਲਦੇ ਸੀ, ਜਾਂ ਬੰਦਾ ਖਿੱਚਦਾ ਸੀਗਾ, ਤੇ ਜਦੋਂ ਉਹ ਆਪਣੇ ਆਪ ਚੱਲਣ ਲੱਗੇ ਉਹਨੂੰ ਆਟੋ ਕਹਿਣ ਲੱਗੇ। ਆਟੋ ਇਮਿਊਨ ਦਾ ਮਤਲਬ ਇਮਿਊਨਿਟੀ ਸਿਸਟਮ। ਸਾਡਾ ਇਮਿਊਨਿਟੀ ਸਿਸਟਮ ਆਪਣੇ ਆਪ ਨੂੰ ਹੀ ਡੈਮੇਜ ਕਰਨ ਲੱਗ ਜਾਂਦਾ ਹੈ। ਸਾਡਾ ਇਮਿਊਨਿਟੀ ਸਿਸਟਮ ਹੈ ਉਹ ਆਪਣੇ ਸੈੱਲ ਨੂੰ ਡੈਮੇਜ ਕਰ ਲੈਂਦਾ। ਇਸੇ ਨੂੰ ਕਹਿੰਦੇ ਆਟੋ ਇਮਿਊਨ ਡਿਸਆਰਡਰ, ਯਾਨੀ ਕਿ ਸਾਡਾ ਇਮਿਊਨ ਸਿਸਟਮ ਸਾਡੇ ਹੀ ਅੰਗਾਂ ਨੂੰ ਜੋ ਨੁਕਸਾਨ ਕਰਨ ਲੱਗ ਜਾਏ, ਉਹ ਕਹਿੰਦੇ ਆਟੋ ਇਮਿਊਨ ਡਿਸਆਰਡਰਸ। ਆਰਡਰ ਦਾ ਕੀ ਮਤਲਬ ਹੁੰਦਾ? ਆਰਡਰ ਮੈਨੇ ਜਿਹਦਾ ਸਿਸਟਮ ਠੀਕ ਠਾਕ ਚੱਲ ਰਿਹਾ ਸੀਗਾ, ਹੁਣ ਉਹ ਡਿਸ ਹੋ ਗਿਆ। ਡਿਸ ਮੀਨਸ ਹੌਚ-ਪੌਚ ਹੋ ਗਿਆ, ਗਲਤ ਹੋ ਗਿਆ। ਜਿਵੇਂ ਡਿਸਈਜ਼ ਕਹਿੰਦੇ ਆਪਾਂ, ਈਜ਼ ਦਾ ਮਤਲਬ ਈਜ਼ ਮੈਨੇ ਆਰਾਮ ਨਾਲ ਚੱਲਦੀ ਸੀ, ਜੇ ਸਿਹਤ ਚੱਲ ਰਹੀ ਸੀ ਆਰਾਮ ਨਾਲ। ਡਿਸ ਹੋ ਗਈ ਯਾਨੀ ਕਿ ਖਰਾਬ ਹੋ ਗਈ, ਉਹ ਡਿਸਈਜ਼। ਇਸ ਤਰ੍ਹਾਂ ਡਿਸਆਰਡਰ ਹੈ। ਆਰਡਰ ਦਾ ਮਤਲਬ ਸਰੀਰ ਦਾ ਜਿਹੜਾ ਆਰਡਰ ਸੀਗਾ, ਸਰੀਰ ਦਾ ਸਿਸਟਮ ਸੀ ਜਿਹੜਾ, ਉਹ ਡਿਸਆਰਡਰ ਹੋ ਗਿਆ, ਗੜਬੜ ਹੋ ਗਿਆ, ਉਹਨੂੰ ਕਹਿੰਦੇ ਡਿਸਆਰਡਰ, ਆਟੋ ਇਮਿਊਨ ਡਿਸਆਰਡਰ। ਤੋ ਸੋਰੀਅਸਿਸ ਜਿਹੜੀ ਆਟੋ ਇਮਿਊਨ ਡਿਸਆਰਡਰ ਹੈ। ਆਟੋ ਇਮਿਊਨ ਡਿਸਆਰਡਰ ਜਿਹੜੇ ਨੇ 10-12 ਨੇ, ਜਿਹੜੇ ਬਹੁਤ ਕਾਮਨ ਨੇ। ਆਪਾਂ ਪਹਿਲਾਂ ਉਹਨਾਂ ਦੇ ਨਾਂ ਗਿਣਦੀ ਹੈ, ਆਪਾਂ ਨੂੰ ਇੱਕ ਆਈਡੀਆ ਹੋ ਜਾਏਗਾ, ਕਿਉਂਕਿ ਤਕਰੀਬਨ ਕਾਫੀ ਕਾਮਨ ਬਿਮਾਰੀਆਂ ਨੇ, ਤੁਸੀਂ ਨਾਂ ਕਾਫੀਆਂ ਦੇ ਸੁਣਨੇ ਹੁੰਦੇ ਆ। ਸਭ ਤੋਂ ਕਾਮਨ ਜਿਹੜੀ ਹੈ ਆਟੋਇਮਿਊਨ ਡਿਸਆਰਡਰ ਹੈ, ਉਹ ਹੈ ਗਠੀਆ, ਰੂਮੇਟਾਇਡ ਆਰਥਰਾਈਟਸ ਨੂੰ ਆਰਏ ਫੈਕਟਰ ਕਹਿੰਦੇ ਨੇ, ਆਰਏ ਫੈਕਟਰ ਟੈਸਟ ਕਰਾ ਲਿਆ, ਰੂਮੇਟਾਇਡ ਆਰਥਰਾਈਟਸ, ਇਹ ਆਟੋਇਮਿਊਨ ਡਿਸਆਰਡਰ ਹੈ। ਫਿਰ ਨੰਬਰ 2 ਤੇ ਆਉਂਦੀ SLE, ਸਿਸਟੈਮਿਕ ਲਿਪਸ ਐਰੀਥੋਮੈਟੋਸਿਸ। ਇਹ ਵੀ ਕਾਮਨ ਹੈ ਕਾਫੀ। ਇਹ ਜਿਹੜੇ ਆਪਾਂ ਗੱਲ ਕੀਤੀ ਸੀ, ਜਦੋਂ ਅੰਤੜੀਆਂ ਦੀ ਗੱਲ ਕਰ ਰਹੇ ਸੀ, ਆਪਾਂ ਕੀਤੀ ਇਨਫਲੇਮੇਟਰੀ ਬਾਊਲ ਡਿਜ਼ੀਜ਼, IBD, ਜਿਹਦੇ ਆ ਗਏ ਦੋ, ਕ੍ਰੋਨਜ਼ ਡਿਜ਼ੀਜ਼ ਤੇ ਅਲਸਰੇਟਿਵ ਕੋਲਾਈਟਸ, ਜਿਹਨੂੰ ਆਪਾਂ ਸੰਗ੍ਰਹਿਣੀ ਕਹਿੰਦੇ ਹਾਂ, ਉਹ ਵੀ ਆਟੋਇਮਿਊਨ ਡਿਸਆਰਡਰ ਹੈ। ਮਲਟੀਪਲ ਸਕਲੈਰੋਸਿਸ ਦੇ ਸੁਣੇ ਹੋਣੇ, MS, ਮਲਟੀਪਲ ਸਕਲੈਰੋਸਿਸ, ਇਹ ਵੀ ਆਟੋਇਮਿਊਨ ਡਿਸਆਰਡਰ ਹੈ। ਜਿਹੜੀ ਸ਼ੂਗਰ ਹੈ ਟਾਈਪ 1 ਬੱਚਿਆਂ ਵਾਲੀ, ਜਿਹੜੀ ਬੱਚਿਆਂ 'ਚ ਹੋ ਜਾਂਦੀ ਹੈ, ਜੇ ਟੀਕਾ ਲਗਾਉਣਾ ਪੈਂਦਾ ਇਨਸੂਲਿਨ ਦਾ, ਉਹ ਵੀ ਆਟੋਇਮਿਊਨ ਡਿਸਆਰਡਰ ਮੰਨਿਆ ਜਾਂਦਾ। ਆਟੋਇਮਿਊਨ ਡਿਸਆਰਡਰ ਕਰਕੇ ਜਿਹੜਾ ਸਾਡਾ ਪੈਂਕਰੀਆਸ ਹੈ ਉਹ ਡੈਮੇਜ ਹੋ ਜਾਂਦਾ। ਇੱਕ ਹੈ ਨਿਊਰੋਪੈਥੀ, ਹੱਥ ਪੈਰ ਜਿਹੜੇ ਸੌਣ ਲੱਗ ਜਾਂਦੇ ਆ, ਹੱਥ ਵੀ ਤੇ ਪੈਰ ਵੀ, ਲੱਤਾਂ ਵੀ ਤੇ ਬਾਹਾਂ ਵੀ, ਤੇ ਸੌਂਦੀਆਂ ਸਾਰਾ ਸਰੀਰ ਦੀਆਂ ਨਾੜਾਂ ਜਿਹੜੀਆਂ ਨਰਵਸ ਨੇ ਖੜ ਜਾਂਦੀਆਂ, ਉਹਨੂੰ ਕਹਿੰਦੇ ਗੈਲਨ ਬਰੇ ਸਿੰਡਰੋਮ, ਜਿਹਨੂੰ ਨਿਊਰੋਪੈਥੀ ਵੀ ਕਹਿੰਦੇ ਆ, ਉਹ ਵੀ ਆਟੋਇਮਿਊਨ ਡਿਸਆਰਡਰ ਹੈ। ਤੋ ਇਸੇ ਤਰ੍ਹਾਂ ਸੋਰੀਅਸਿਸ ਵੀ ਜਿਹੜਾ ਆਟੋਇਮਿਊਨ ਡਿਸਆਰਡਰ ਹੈ। ਸੋਰੀਅਸਿਸ ਜਿਹੜਾ ਆਟੋਇਮਿਊਨ ਡਿਸਆਰਡਰ ਹੈ, ਕਿ ਇਹ ਆਟੋਇਮਿਊਨ ਡਿਸਆਰਡਰ ਆਪਾਂ ਦਾ ਮਤਲਬ ਕੀ ਹੈ ਕਿ ਸਾਡਾ ਆਪਾਂ ਬਹੁਤ ਵਾਰੀ ਜਿਹੜੀ ਕਰੋਨਾ ਦੇ ਸੰਬੰਧ ਜੀ ਆਪਾਂ ਇਮਿਊਨਿਟੀ ਦੀ ਗੱਲ ਕੀਤੀ ਸੀਗੀ, ਕਿ ਬਹੁਤ ਵਾਰੀ ਆਪਾਂ ਗੱਲ ਕਰ ਚੁੱਕੇ, ਜਿਹੜਾ ਐਕਚੁਅਲੀ ਸਰੀਰ ਨੂੰ ਕੋਈ ਕੀਟਾਣੂ ਨਹੀਂ ਡੈਮੇਜ ਕਰਦਾ, ਕੀਟਾਣੂ ਕੁਛ ਨਹੀਂ ਕਹਿੰਦਾ ਸਾਨੂੰ। ਸਾਡਾ ਆਪਣਾ ਜਿਹੜਾ ਇਮਿਊਨ ਸਿਸਟਮ ਹੈ, ਜਦੋਂ ਠੀਕ ਢੰਗ ਨਾਲ ਐਕਸ਼ਨ ਨਹੀਂ ਲੈਂਦਾ ਤਾਂ ਉਹ ਉਦੋਂ ਬਿਮਾਰ ਹੁੰਦੇ ਅਸੀਂ। ਜਿਹੜੀ ਇਮਿਊਨਿਟੀ ਦੀ ਹੁਣ ਜਿਹੜੀਆਂ ਖੋਜਾਂ ਹੋਈਆਂ ਨੇ, ਜਿਹੜੀਆਂ ਅਜੇ ਵੀ MBBS ਤੇ MD 'ਚ ਨਹੀਂ ਪੜ੍ਹਾਈਆਂ ਜਾ ਰਹੀਆਂ, ਉਹ ਕਹਿੰਦੀਆਂ ਨੇ ਕਿ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਇਹ ਗੜਬੜਾ ਜਾਂਦਾ ਹੈ ਕੁਛ ਕਾਰਨਾਂ ਕਰਕੇ। ਉਹ ਜਿਹੜਾ ਗੜਬੜਾਇਆ ਹੋਇਆ ਇਮਿਊਨ ਸਿਸਟਮ ਹੈ, ਉਹ ਜਦੋਂ ਕੋਈ ਕੀਟਾਣੂ ਅੰਦਰ ਜਾਂਦਾ, ਬਿਮਾਰੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ, ਉਹਦੇ ਖਿਲਾਫ ਜਦੋਂ ਐਕਸ਼ਨ ਲੈਂਦਾ ਤਾਂ ਉਹ ਐਕਸ਼ਨ ਹੀ ਗਲਤ ਲੈਂਦਾ। ਜੇ ਐਕਸ਼ਨ ਠੀਕ ਲੈ ਲਵੇ ਤਾਂ ਕੁਛ ਨਹੀਂ ਕਹਿ ਸਕਦਾ ਉਹਦਾ। ਜਿਉਂਦਾ ਇਹਦਾ ਪ੍ਰੂਫ ਹੈ ਕਿ ਕਰੋਨਾ ਦੇ ਅੰਦਰ 80% ਲੋਕਾਂ ਨੂੰ ਕੋਈ ਅਲਾਮਤਾਂ ਨਹੀਂ ਹੁੰਦੀਆਂ, ਬਿਨਾਂ ਅਲਾਮਤਾਂ ਕੀਤੇ ਉਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਹੋਰ ਵਧਾ ਦਿੰਦਾ। ਜਿਉਂਦੀ ਦਾ ਪ੍ਰੂਫ ਨਹੀਂ ਹੈ ਉਹ 80% ਕਿਉਂ ਨਹੀਂ ਅਲਾਮਤਾਂ ਹੋਈਆਂ? ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ
ਠੀਕ ਕੰਮ ਕਰ ਰਿਹਾ ਸੀ, ਉਹਦਾ ਇਮਿਊਨ ਸਿਸਟਮ ਠੀਕ ਕੰਮ ਕਰ ਰਿਹਾ ਸੀ। ਬਾਕੀ 20% ਚੋਂ 19 ਚ 20 ਚ 19 ਚ ਮਾਮੂਲੀ ਜਾਂ ਦਰਮਿਆਨੀਆਂ ਅਲਾਮਤਾਂ ਹੋ ਕੇ ਫਿਰ ਇਮਿਊਨ ਸਿਸਟਮ ਤਕੜਾ ਹੋ ਜਾਂਦਾ ਤੇ ਫਿਰ ਉਹ ਦੱਬ ਲੈਂਦਾ ਉਹਨੂੰ। ਇਹਦਾ ਮਤਲਬ ਇਮਿਊਨ ਸਿਸਟਮ ਥੋੜਾ ਜਿਹਾ ਕਮਜ਼ੋਰ ਸੀਗਾ, ਉਹਨੂੰ ਮਾੜਾ ਜਿਹਾ ਧੱਕਾ ਚਾਹੀਦਾ ਸੀਗਾ, ਉਹਨੂੰ ਹੱਲਾਸ਼ੇਰੀ ਚਾਹੀਦੀ ਸੀ, ਉਹ ਹੱਲਾਸ਼ੇਰੀ ਉਹਨੇ ਦਿੱਤੀ, ਜਿਹੜੀ ਇਨਫੈਕਸ਼ਨ ਹੋਈ ਤਾਂ ਉਹਨੇ ਫਿਰ ਦੱਬ ਲਿਆ ਉਹਨੂੰ ਇਨਫੈਕਸ਼ਨ ਨੂੰ, ਫਿਰ ਇਮਿਊਨ ਸਿਸਟਮ ਤਕੜਾ ਹੋ ਗਿਆ। ਸਿਰਫ 1% ਜਿਹੜੇ ਨੇ ਉਲਝਦੇ ਆ। ਇਹਦਾ ਮਤਲਬ ਹੋਇਆ ਕਿ 99% ਦੇ ਅੰਦਰ ਉਹਦਾ ਇਮਿਊਨ ਸਿਸਟਮ ਹੈ ਉਹ ਥੋੜਾ ਬਹੁਤਾ ਜਾਂ ਤਾਂ 80% ਦਾ ਬਿਲਕੁਲ ਹੀ ਪਹਿਲਾਂ ਹੀ ਕਾਇਮ ਸੀਗਾ, ਉਹਨੇ ਅਲਾਮਤ ਹੋਣ ਹੀ ਨਹੀਂ ਦਿੱਤੀ ਕੋਈ। ਬਾਕੀ ਜਿਹੜਾ 20 ਚ 19 ਚ ਉਹ ਥੋੜਾ ਜਿਹਾ ਕਮਜ਼ੋਰ ਸੀਗਾ, ਲੇਕਿਨ ਜਦੋਂ ਉਹਨੂੰ ਇੱਕ ਜਿਹਨੂੰ ਕਹਿੰਦੇ ਡੋਜ਼ ਮਿਲ ਗਈ, ਇੱਕ ਟੀਕਾਕਰਨ ਹੋ ਗਿਆ ਉਹ ਕੁਦਰਤੀ, ਤਾਂ ਉਹਨੇ ਫਿਰ ਸ਼ੇਰ ਹੋ ਗਿਆ ਉਹ, ਤੇ ਫਿਰ ਉਹਨੇ ਦੱਬ ਲਿਆ, ਉਹਨੇ ਸਾਡਾ ਕੁਝ ਨਹੀਂ ਵਿਗੜ ਦਿੱਤਾ। ਇਹ ਜ਼ਿਆਦਾ ਪ੍ਰੂਫ ਹੈ ਕਿ ਇਮਿਊਨ ਸਿਸਟਮ ਮੁੱਖ ਹੈ, ਕੀਟਾਣੂ ਮੁੱਖ ਨਹੀਂ ਹੈ। ਇਮਿਊਨ ਸਿਸਟਮ ਨੂੰ ਆਪਾਂ ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਘੋਕ ਕੇ ਦਿਲ 'ਚ ਲੈ ਜਾਈਏ ਕਿ ਇਮਿਊਨ ਸਿਸਟਮ ਹੀ ਸਾਡਾ ਅਸਲ ਹਥਿਆਰ ਹੈ ਬਿਮਾਰੀਆਂ ਦੇ ਖਿਲਾਫ ਲੜਨ ਲਈ। ਇਮਿਊਨ ਸਿਸਟਮ ਇੱਕ ਨਾਂ ਹੈ, ਇਮਿਊਨ ਸਿਸਟਮ ਇੱਕ ਸ਼ਬਦ ਹੈ, ਲੇਕਿਨ ਇਮਿਊਨ ਸਿਸਟਮ ਬੜਾ ਲੰਬਾ ਚੌੜਾ ਸਿਸਟਮ ਹੈ। ਇਮਿਊਨ ਸਿਸਟਮ ਕੋਈ ਇੱਕ ਚੀਜ਼ ਨਹੀਂ ਹੈ ਸਰੀਰ ਦੇ ਵਿੱਚ, ਇਹ ਨਹੀਂ ਵੀ ਕੋਈ ਇਮਿਊਨ ਸਿਸਟਮ ਨਾਂ ਦੀ ਕੋਈ ਚੀਜ਼ ਫਿਰਦੀ ਹੈ ਉੱਥੇ ਤੇ ਉਹ ਜਿਹੜੀ ਸਾਨੂੰ ਬਚਾ ਲੈਂਦੀ। ਇਮਿਊਨ ਸਿਸਟਮ ਦੇ ਵਿੱਚ ਉਹ ਲੰਬੀ ਲਿਸਟ ਹੈ ਐਕਸ਼ਨਾਂ ਦੀ ਕਿ ਜੋ ਸਰੀਰ ਕਰਦਾ ਹੈ ਸਾਨੂੰ ਬਚਾਉਣ ਲਈ। ਉਹ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਨੱਕ ਦੇ ਸਿੱਕਾ, ਚਮੜੀ ਤੋਂ ਲੈ ਕੇ ਨੱਕ ਦੇ ਵਾਲਾਂ ਤੋਂ ਲੈ ਕੇ ਹਰ ਸੈੱਲ ਦੇ ਅੰਦਰ ਆਪਣੀ ਇਮਿਊਨਿਟੀ ਹੈ, ਤੇ ਹਰ ਸੈੱਲ ਦੇ ਆਲੇ ਦੁਆਲੇ ਸਾਡੇ ਦੋਸਤ ਬੈਠੇ ਆ ਬੈਕਟੀਰੀਆ ਵਾਇਰਸ, ਉਹ ਵੀ ਨਾਲ ਹੈਲਪ ਕਰਦੇ ਆ। ਤਾਂ ਪੂਰੇ ਦਾ ਪੂਰਾ ਜਿਹਨੂੰ ਕਹਿੰਦਾ ਵੱਡਾ ਹਿਊਜ ਸਿਸਟਮ ਹੈ ਜਿਹੜਾ ਸਾਨੂੰ ਬਿਮਾਰੀਆਂ ਤੋਂ ਬਚਾਉਣ ਲਈ ਅੰਦਰ ਪੂਰਾ ਸਰਗਰਮ ਰਹਿੰਦਾ, ਹਰ ਟਾਈਮ ਕੰਡੇ ਤੇ ਰਹਿੰਦਾ। ਅਸੀਂ ਸੁੱਤੇ ਹੋਈਏ, ਜਾਗਦੇ ਹੋਈਏ, ਕੰਮ ਕਰਦੇ ਹੋਈਏ, ਜੋ ਮਰਜ਼ੀ ਕਰਦੇ ਹੋਈਏ, ਉਹ ਆਪਣਾ ਕੰਮ ਕਰਦਾ ਰਹਿੰਦਾ। ਉਹਨੂੰ ਪਤਾ ਕਿ ਮੈਂ ਇਹ ਜਿਹੜਾ ਮੇਰਾ ਘਰ ਹੈ, ਮੇਰਾ ਜੀਵ ਹੈ, ਉਹਨੂੰ ਮੈਂ ਕਿਵੇਂ ਬਚਾਉਣਾ। ਇਹ ਇਮਿਊਨ ਸਿਸਟਮ ਹੈ। ਇਸੇ ਤਰ੍ਹਾਂ ਆਪਾਂ ਗੱਲ ਕੀਤੀ ਸੀ ਜਦੋਂ ਆਪਾਂ ਅੰਤੜੀਆਂ ਦੀ ਗੱਲ ਕਰ ਰਹੇ ਸੀਗੇ ਕਿ ਆਟੋ ਇਮਿਊਨ ਡਿਸਆਰਡਰ ਕਦੋਂ ਹੁੰਦੇ ਆ, ਆਟੋ ਇਮਿਊਨ ਡਿਸਆਰਡਰ ਨੂੰ ਕਰਨ ਲਈ ਜ਼ਿੰਮੇਵਾਰ ਕੌਣ ਹੈ। ਆਟੋ ਇਮਿਊਨ ਡਿਸਆਰਡਰ ਦਾ ਮਤਲਬ ਹੈ ਕਿ ਸਾਡਾ ਆਪਣਾ ਇਮਿਊਨ ਸਿਸਟਮ ਕੁਝ ਕਾਰਨਾਂ ਕਰਕੇ ਉਹਦੇ ਅੰਦਰ ਇਹੋ ਜਿਹੀਆਂ ਵਿਕਰਤੀਆਂ ਆ ਗਈਆਂ, ਇਹੋ ਜਿਹੀਆਂ ਗੜਬੜਾਂ ਹੋ ਗਈਆਂ ਕਿ ਉਹ ਸਾਡੇ ਆਪਣੇ ਹੀ ਸੈੱਲਾਂ ਨੂੰ ਡੈਮੇਜ ਕਰਨ ਲੱਗ ਗਿਆ। ਜਿਹੜਾ ਕੋਈ ਚੀਜ਼ ਬਾਹਰੋਂ ਗਈ ਜਿਹਨੂੰ ਉਹਨੇ ਬਾਹਰ ਕੱਢਣਾ ਸੀਗਾ ਜਾਂ ਉਹਨੂੰ ਨਿਊਟਰਲਾਈਜ਼ ਕਰਨਾ ਸੀਗਾ, ਉਹਦੇ ਵਾਸਤੇ ਬਣਿਆ ਸੀ ਇਮਿਊਨ ਸਿਸਟਮ, ਠੀਕ ਹੈ ਨਾ। ਬਣਿਆ ਇਸ ਕੰਮ ਲਈ ਨਹੀਂ ਬਣਿਆ ਕੋਈ ਆਪਣੇ ਸੈੱਲ ਨੂੰ ਡੈਮੇਜ ਕਰਨ ਲੱਗ ਜਾਏ, ਲੇਕਿਨ ਕਿਉਂਕਿ ਉਹਨੂੰ ਜਿਹਨੂੰ ਕਹਿੰਦੇ ਆ ਦਾ ਪੇਚ ਜਿਹੜੇ ਸੀਗੇ, ਉਹ ਦਾ ਪੇਚਾਂ ਦੇ ਮਾਮਲੇ 'ਚ ਉਹ ਕਮਜ਼ੋਰ ਹੋ ਗਿਆ, ਉਹਦੀ ਮੈਮਰੀ ਵੀਕ ਹੋ ਗਈ, ਜਾਂ ਉਹਦੇ ਅੰਦਰ ਜੋ ਉਹਨੇ ਕਰਨਾ ਸੀ ਉਹ ਉਹਦੇ ਅੰਦਰ ਨਹੀਂ ਕਰ ਪਾ ਰਿਹਾ, ਤਾਂ ਉਹ ਗਲਤ ਐਕਸ਼ਨ ਲੈ ਜਾਂਦਾ, ਤਾਂ ਫਿਰ ਉਹ ਆਪਣੇ ਹੀ ਸੈੱਲਾਂ ਨੂੰ ਡੈਮੇਜ ਕਰ ਲੈਂਦਾ। ਉਹਨੂੰ ਕਹਿੰਦੇ ਆਟੋ ਇਮਿਊਨ ਡਿਸਆਰਡਰਸ। ਹੁਣ ਐਲੋਪੈਥੀ ਕੀ ਕਰਦੀ ਹੈ ਆਟੋ ਇਮਿਊਨ ਡਿਸਆਰਡਰ 'ਚ? ਐਲੋਪੈਥੀ ਕਰਦੀ ਹੈ ਕਿ ਆਟੋ ਇਮਿਊਨ ਡਿਸਆਰਡਰ ਨੂੰ ਸਟੀਰੋਇਡ ਦੇ ਕੇ ਤੇ ਹੋਰ ਦੀਆਂ ਦਵਾਈਆਂ ਦੇ ਕੇ ਉਹਦੀਆਂ ਅਲਾਮਤਾਂ ਦਬਾ ਦਿਓ। ਐਲੋਪੈਥੀ ਦੇ ਹੋਰ ਪੱਲੇ ਕੱਖ ਨਹੀਂ ਆਟੋ ਇਮਿਊਨ ਡਿਸਆਰਡਰ ਲਈ। ਪਹਿਲਾਂ ਹੋਰ ਦਵਾਈਆਂ ਨੇ, ਬੜੀਆਂ ਖਤਰਨਾਕ ਦਵਾਈਆਂ ਨੇ ਆਟੋ ਇਮਿਊਨ ਡਿਸਆਰਡਰ ਨੂੰ ਦਬਾਉਣ ਦੀਆਂ, ਬੜੀਆਂ ਖਤਰਨਾਕ। ਮਿਥੋਟ੍ਰੈਕਸੇਟ ਹੈ, ਸਟੀਰੋਇड्स हैं, एंटी कैंसर ड्रग्स हैं, तो बड़िया खतरनाक दवाइयां जो कि अपने आप ही इलाज अलामत जरूर दवा देंदियां ने, लेकिन अपने आप ही बहुत बड़ी बीमारी ने वो। इस करके ये गल जी ख्याल रखनी है कि सोरियासिस वर्गी जी ऑटोइम्यून डिसऑर्डर है, इसका इलाज कभी भी जल्दी एलोपैथी च नहीं कराना। वैसे तो बाई एंड लार्ज ही अपन ये प्रिंसीपल बनाना कि अपने पहला अपनी डॉक्टर अपने बीमारी को समझना, समझ के ਉਹਦੇ ਅੰਦਰ ਜਿਹੜਾ ਹੋਲਿਸਟਿਕ ਹੈਲਥ ਦੇ ਨਜ਼ਰੀਏ ਤੋਂ ਆਪਾਂ 5-6 ਚੀਜ਼ਾਂ ਗਿਣਦੇ ਹੁੰਦੇ ਆ, ਉਹ ਪਹਿਲਾਂ ਅਪਲਾਈ ਕਰਨੀਆਂ ਨੇ। ਡਾਈਟ ਹੈ, ਐਕਸਰਸਾਈਜ਼ ਹੈ, ਹੋਮ ਰੈਮਡੀਜ਼ ਹੈ, ਮਾਈਂਡ ਮੈਨੇਜਮੈਂਟ ਹੈ, ਜਾਂ ਹੋਮੋਪੈਥੀ ਆਯੁਰਵੈਦਿਕ ਵਰਗੀਆਂ ਜਿਹੜੀਆਂ, ਉਹ ਸਾਰੇ ਜਿਹੜੇ ਨੇ ਉਹਨੂੰ ਪਹਿਲਾਂ ਅਪਲਾਈ ਕਰਨਾ। ਫਿਰ ਸਾਡੇ ਕੋਲ ਹੈਲਪ ਹੈਗੀ ਹੈ, ਹੋਮਿਓਪੈਥੀ ਦੀ ਹੈਲਪ ਹੈ, ਨੈਚੁਰੋਪੈਥੀ ਦੀ ਹੈਲਪ ਹੈ, ਆਯੁਰਵੈਦਿਕ ਦੀ ਹੈਲਪ ਹੈ, ਉਹ ਸਾਰਾ ਲੈਣਾ। ਕਿਉਂ ਐਲੋਪੈਥੀ ਕੋਲ ਕਿਉਂ ਨਹੀਂ ਜਾਣਾ? ਕਿਉਂਕਿ ਐਲੋਪੈਥੀ ਦੇ ਇਲਾਜ ਜਿਹੜੇ ਨੇ ਉਹ ਇਦਾਂ ਦੇ ਇਲਾਜ ਨੇ ਜਿਹੜੇ ਆਪਣੇ ਆਪ 'ਚ ਹੀ ਬਿਮਾਰੀ ਨੇ। ਇੱਕ ਤੋਂ ਬਾਅਦ ਇੱਕ ਰੋਜ਼ ਕੋਈ ਨਾ ਕੋਈ ਨਵੀਂ ਖਬਰ ਆ ਜਾਂਦੀ ਹੈ। ਹੁਣ ਲੇਟੈਸਟ ਖਬਰ ਆ ਗਈ ਕਿ ਡਾਇਬਟੀਜ਼ ਦੀ ਜਿਹੜੀ ਦਵਾਈ ਮੈਟਫੋਰਮਿਨ ਹੈ, ਜਿਹੜੀ ਕਿ ਪਿਛਲੇ 50 ਸਾਲ ਤੋਂ ਵਰਤੀ ਜਾ ਰਹੀ ਹੈ, ਔਰ ਡਾਇਬਟੀਜ਼ ਦੇ ਕਰੋੜਾਂ ਕਰੋੜ ਲੋਕਾਂ 'ਚ ਵਰਤੀ ਗਈ ਹੈ। ਕਰੋੜਾਂ ਲੋਕਾਂ ਨੇ ਕਰੋੜਾਂ ਵਾਰੀ ਵਰਤੀ ਹੈ। ਜਿਹਨੂੰ ਕਹਿੰਦੇ ਸਭ ਤੋਂ ਆਲਮੋਸਟ ਸਾਰੇ ਡਾਇਬਟੀਜ਼ ਨੂੰ ਇਹ ਪਾਈ ਹੁੰਦੀ ਹੈ, ਨਾਲ ਇੱਕ ਦੋ ਤਿੰਨ ਹੋਰ ਪਾਈਆਂ ਹੁੰਦੀਆਂ ਨੇ, ਲੇਕਿਨ ਲਗਭਗ ਮੈਟਫੋਰਮਿਨ ਹਰ ਮਰੀਜ਼ 'ਚ ਹੀ ਪਾਈ ਹੁੰਦੀ ਹੈ। ਉਹ ਜੀ 500,000 ਵਾਲੀ ਗੋਲੀ ਹੈ। ਹੁਣ ਆ ਗਿਆ ਕਿ ਉਹ ਕੈਂਸਰ ਕਾਜ਼ ਕਰਦੀ ਹੈ। ਔਰ ਅਮਰੀਕਾ ਦੀ ਗਵਰਨਮੈਂਟ ਨੇ, ਅਮਰੀਕਾ ਦੀ FDA ਨੇ ਉਹਨਾਂ ਨੂੰ ਕੰਪਨੀਆਂ ਨੂੰ ਕਿਹਾ, ਰਿਕਵੈਸਟ ਕੀਤੀ ਉਹਨਾਂ ਨੂੰ ਕਿ ਤੁਸੀਂ ਆਪੇ ਹੀ ਵਿਡਰਾ ਕਰ ਲਓ ਇਹਨੂੰ, ਵੀ ਕੈਂਸਰ ਕਰਦੀ ਹੈ। ਬੈਨ ਨਹੀਂ ਕੀਤੀ। ਉਹਨੂੰ ਕਹਿੰਦੇ ਕੰਪਨੀਆਂ ਨੂੰ ਤੁਸੀਂ ਚਿੱਠੀ ਲਿਖਤੀ ਹੈ ਵੀ ਤੁਸੀਂ ਹੌਲੀ ਇਹਨਾਂ ਨੂੰ ਆਪੇ ਵਿਡਰਾ ਕਰ ਲਓ, ਕਿਉਂਕਿ ਇਹ ਜਿਹੜੀ ਦਵਾਈ ਹੈ ਕੈਂਸਰ ਕਰਦੀ ਹੈ। ਪਤਾ ਨਹੀਂ ਕਿੰਨੇ ਲੱਖਾਂ ਲੋਕ ਜਿਹੜੇ ਉਹਦੇ ਕਰਕੇ ਕੈਂਸਰ ਦਾ ਮਰੀਜ਼ ਬਣੇ ਹੋਣਗੇ। ਉਹ ਇਦਾਂ ਦੇ ਇਲਾਜ ਨੇ ਸਾਡੇ।
ਇਸ ਕਰਕੇ ਸੋਰੀਅਸਿਸ ਵਰਗੀ ਬਿਮਾਰੀ ਦੇ ਅੰਦਰ ਆਪਾਂ ਪਹਿਲੀ ਗੱਲ ਸੋਰੀਅਸ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਆ ਆਪਾਂ ਨੇ, ਮੈਂ ਤੁਹਾਨੂੰ ਜਿਹੜੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਡਿਸਕਸ, ਕਿ ਜਲਦੀ ਐਲੋਪੈਥੀ 'ਚ ਨਹੀਂ ਜਾਣਾ। ਜੋ ਠੀਕ ਹੈ ਜੀ, ਜੇ ਅਲਾਮਤਾਂ ਜਿਹਨੂੰ ਕਹਿੰਦੇ ਸਿਰ ਤੋਂ ਦੀ ਲੰਘ ਰਿਹਾ ਪਾਣੀ, ਤਾਂ ਫਿਰ ਠੀਕ ਹੈ, ਆਰਜੀ ਤੌਰ 'ਤੇ ਕੋਈ ਹੈਲਪ ਲੈਣੀ ਹੋਵੇ ਤਾਂ ਵੱਖਰੀ ਗੱਲ ਹੈ। ਆਰਜੀ ਤੌਰ 'ਤੇ, ਉਹ ਵੀ ਆਰਜੀ ਤੌਰ 'ਤੇ ਲੰਬੇ ਸਮੇਂ, ਕਿਉਂਕਿ ਸੋਰੀਅਸਿਸ ਦਾ ਐਲੋਪੈਥੀ ਕੋਲ ਕੋਈ ਇਲਾਜ ਨਹੀਂ ਹੈ। ਹਾਂ, ਸੋਰੀਅਸਿਸ ਦੇ ਅੰਦਰ ਅਪ ਡਾਊਨ ਆਉਂਦੇ ਰਹਿੰਦੇ ਆ। ਸੋਰੀਅਸਿਸ ਕੋਈ ਕੌਨਸਟੈਂਟ ਨਹੀਂ ਰਹਿੰਦੀ, ਇੱਕੋ ਜਿਹੀ ਨਹੀਂ ਰਹਿੰਦੀ ਲਗਾਤਾਰ। ਇਹ 'ਚ ਵੱਧ ਜਾਂਦੀ ਹੈ, ਫਿਰ ਘਟ ਜਾਂਦੀ ਹੈ, ਕਈ ਵਾਰੀ ਬਿਲਕੁਲ ਹੀ ਖਤਮ ਹੋਣ ਵਰਗੀ ਹੋ ਜਾਂਦੀ ਹੈ, ਵੀ ਖਤਮ ਹੋ ਗਈ ਲਗਭਗ, ਫਿਰ ਉੱਠ ਖੜਦੀ ਹੈ। ਔਰ ਬਹੁਤ ਵਾਰੀ ਜਦੋਂ ਖਤਮ ਹੋਣ ਵਾਲੀ ਹੁੰਦੀ ਹੈ ਤਾਂ ਜੇ ਬੰਦਾ ਨਾਲ ਇਹ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਲੇ ਬਈ ਨਾਲ ਲੈ ਲਿਆ ਤਾਂ ਉਸਦਾ ਕਿਉਰ ਵੀ ਹੋ ਜਾਵੇ। ਇਹ ਸਾਰੀਆਂ ਰੇਂਜਸ ਨੇ। ਉਹਦੇ 'ਚ ਕੋਈ ਬੰਦਾ ਦਵਾਈ ਖਾ ਰਿਹਾ ਤਾਂ ਉਹ ਇਹ ਸੋਚੂਗਾ ਵੀ ਮੈਂ ਦਵਾਈ ਨਾਲ ਸ਼ਾਇਦ ਮੈਂ ਠੀਕ ਹੋ ਗਿਆ, ਤਾਂ ਇੱਦਾਂ ਦੀ ਐਲੋਪੈਥੀ ਕਲੇਮ ਵੀ ਨਹੀਂ ਕਰਦੀ। ਮਾਡਰਨ ਮੈਡੀਕਲ ਸਿਸਟਮ ਇਹ ਨਹੀਂ ਕਹਿੰਦਾ ਕਿ ਸੋਰੀਅਸਿਸ ਕਿਉਰ ਕਰ ਸਕਦਾ। ਇੱਦਾਂ ਦੀ ਪਹੁੰਚ ਆਪਾਂ ਨੇ ਸੋਰੀਅਸਿਸ ਦੀ ਗੱਲ ਕਰਨੀ ਹੈ। ਉਹਦੇ ਅੰਦਰ ਸੋਰੀਅਸਿਸ ਹੈ ਕੀ ਆ, ਦੇਖਣ ਨੂੰ ਕਿੱਦਾਂ ਦੀ ਲੱਗਦੀ ਆ? ਪਹਿਲੀ ਗੱਲ ਤਾਂ ਇਨਕਿਉਰੇਬਲ ਹੈ, ਡਾਕਟਰ ਦੇਖ ਕੇ ਪਛਾਣ ਲੈਂਦਾ ਉਹਨੂੰ, ਉਹ 'ਚ ਕੋਈ ਟੈਸਟੋਸਟੈਰੋਨ ਦੀ ਲੋੜ ਨਹੀਂ ਪੈਂਦੀ। ਸੋਰੀਅਸਿਸ ਦੇ ਅੰਦਰ ਕਿਸੇ ਲੈਬੋਰੇਟਰੀ ਟੈਸਟਾਂ ਦੀ ਲੋੜ ਨਹੀਂ, ਕਿਉਂਕਿ ਉਹਦੀ ਜਿਹੜੀ ਪਹਿਚਾਣ ਹੈ ਆਮ ਬੰਦਾ ਵੀ ਕਰ ਲੈਂਦਾ ਵੀ ਸੋਰੀਅਸਿਸ ਹੈ। ਜਿਹੜਾ ਮੇਰਾ ਸਕਿਨ ਸਪੈਸ਼ਲਿਸਟ ਨਹੀਂ ਹੈ ਉਹ ਵੀ ਕਰ ਲੈਂਦਾ, ਤੇ ਜਿਹੜਾ ਸਕਿਨ ਸਪੈਸ਼ਲਿਸਟ ਉਹ ਤਾਂ ਕਰ ਹੀ ਲਏਗਾ, ਪੱਕਾ ਹੀ ਕਰ ਲਏਗਾ। ਉਹਨੂੰ ਤੁਹਾਡੇ ਚਿੱਪੀ ਲਾ ਦੇਗਾ ਕਿ ਸੋਰੀਅਸਿਸ ਹੈ। ਇਸ ਕਰਕੇ ਕਿਸੇ ਲੰਬੇ ਜੋੜੇ ਟੈਸਟਾਂ ਦੀ ਲੋੜ ਨਹੀਂ ਹੈ। ਟੈਸਟ ਜੇ ਕੋਈ ਕਰਾਉਂਦਾ ਡਾਕਟਰ ਤਾਂ ਗਲਤ ਕਰਾ ਰਿਹਾ, ਕੋਈ ਜ਼ਰੂਰਤ ਨਹੀਂ ਹੈ ਉਹਦਾ ਟੈਸਟਾਂ ਦੀ। ਸਾਲਾਂ ਬੱਧੀ ਚੱਲਦੀ ਹੈ, ਲਗਭਗ ਲਾਈਫ ਲੌਂਗ ਕਹਿ ਲਓ। ਉਹਦੇ ਅੰਦਰ ਅਪ ਡਾਊਨ ਆਉਂਦੇ ਰਹਿੰਦੇ ਆ। ਰਿਮਿਸ਼ਨਸ ਐਂਡ ਰਿਲੈਪਸਿਸ ਕਹਿੰਦੇ ਉਹਨੂੰ। ਰਿਮਿਸ਼ਨ ਦਾ ਮਤਲਬ ਜਦੋਂ ਘਟ ਗਈ, ਲੋ ਵੈਬ ਤੇ ਹੈ, ਬਹੁਤ ਮਾਮੂਲੀ ਦਿਖਦੀ ਹੈ, ਫਿਰ ਰਿਮਿਸ਼ਨ ਹੋ ਜਾਂਦੀ ਹੈ, ਫਿਰ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਕਿੰਨੀ ਹੋਊਗੀ ਸੋਰੀਅਸਿਸ, ਕਿੰਨੀ ਭੈੜੀ ਹੋ ਸਕਦੀ, ਉਹਦੀ ਵੀ ਬਹੁਤ ਰੇਂਜ ਹੈ। ਬਹੁਤ ਹਲਕੇ ਫੁਲਕੇ ਸਿੰਪਟਮ ਹੋ ਸਕਦੇ ਆ, 1-2 ਪੈਚ ਜੇ ਬਣ ਜਾਣ, ਔਰ ਬਹੁਤ ਪੂਰੀ ਬੋਡੀ ਤੇ ਪੜ ਸਕਦੀ ਹੈ। ਸੋ ਇਹ ਵੀ ਕੋਈ ਪਤਾ ਨਹੀਂ ਕਿਹਦੇ ਕਿੰਨੀ ਹੋਣੀ ਹੈ। ਇਹ ਵੀ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ, ਕੋਈ ਖਬਰ ਨਹੀਂ ਕਰ ਸਕਦਾ ਵੀ ਇਸ ਮਰੀਜ਼ ਜ਼ਰੂਰ ਵਧੇਗੀ ਜਾਂ ਨਹੀਂ ਵਧੇਗੀ। ਕੋਈ ਪਤਾ ਨਹੀਂ ਕਿਹੜੇ ਮਰੀਜ਼ ਕਿੰਨੀ ਵੱਧ ਜਾਣੀ ਹੈ ਉਹ। ਤੇ ਹੋ ਸਕਦਾ ਇੱਕ ਅੱਧੀ ਪੈਚ ਬਣ ਕੇ ਸਿਰ 'ਚ ਜਾਂ ਕਿਤੇ ਹੋਰ ਥਾਂ ਇੱਕ ਅੱਧਾ ਚਰਾਗ ਜਿਹਾ ਹੁੰਦਾ, 1-2 ਚਰਾਗ ਹੁੰਦੇ, ਉਹੀ ਉੱਥੇ ਖੜਾ ਰਹਿੰਦਾ, ਉਹਦੇ ਅਪ ਡਾਊਨ ਹੋ ਜਾਂਦਾ। ਅਲਾਮਤਾਂ ਕੀ ਨੇ ਕਿ ਲਾਲ ਚਟਾਕ ਜਿਹੇ ਬਣ ਜਾਂਦੇ ਆ, ਉਹ ਚਮੜੀ ਤੋਂ ਉੱਭਰੇ ਹੁੰਦੇ ਆ ਥੋੜ੍ਹੇ ਜਿਹੇ, ਉਹਦੇ ਉੱਪਰ ਚਿੱਟੀ ਜਿਹੜੀਆਂ ਉਹ ਉੱਤੋਂ ਦੀਆਂ ਰਹਿੰਦੀਆਂ ਨੇ ਚਮੜੀ, ਜਿਵੇਂ ਕਿ ਸੱਪ ਕੁੰਜ ਲਾਉਂਦਾ ਜਿੱਦਾਂ ਇੱਦਾਂ ਉਹ ਕੁੰਜ ਵਾਂਗੂ ਲੱਗਦਾ ਉਹਦੇ ਉਤਰਦੀਆਂ ਰਹਿੰਦੀਆਂ। ਜਿਹਨੂੰ ਜ਼ਿਆਦਾ ਹੁੰਦੀ ਹੈ ਤਾਂ ਸਵੇਰੇ ਜਦੋਂ ਬਿਸਤਰੇ 'ਚ ਉੱਠਦਾ ਉਹ ਤਾਂ ਬਿਸਤਰਾ ਉਹਦਾ ਭਰਿਆ ਹੁੰਦਾ ਉਹਦੇ ਨਾਲ, ਜਿਹਨੂੰ ਕਹਿੰਦੇ ਸਿਲਵਰੀ ਸਕੇਲਸ। ਸਿਲਵਰੀ ਦਾ ਮਤਲਬ ਚਾਂਦੀ ਰੰਗੀਆਂ ਜਿਹੜੇ ਉਹ ਚਮੜੀ ਦੇ ਨਿੱਕੇ ਜਿਹਨੂੰ ਕਹਿੰਦੇ ਛਿਲਕੇ ਜਿਹੇ ਉਤਰਦੇ ਰਹਿੰਦੇ ਆ, ਉਹਨੂੰ ਆਪਾਂ ਜਿਹੜੀ ਉਹ ਸੋਰੀਅਸਿਸ ਹੈ। ਹੁਣ ਇਹ 'ਚ ਅੰਗ ਕਿਹੜੇ ਇਨਵੋਲਵ ਹੋ ਸਕਦੇ? ਹੋਰ ਚਮੜੀ ਜਿਹੜਾ ਹੈਗੀ ਹੈ, ਮੁੱਖ ਦੀ ਲਾਮਤ ਦੇਖਣ ਵਾਲੀ ਚਮੜੀ 'ਚ ਹੁੰਦੀ ਹੈ, ਲੇਕਿਨ ਇਹਦਾ ਮਤਲਬ ਨਹੀਂ ਕਿ ਚਮੜੀ ਦੀ ਬਿਮਾਰੀ ਹੈ। ਵੈਸੇ ਸਾਰੇ ਰਿਮੇਟਡ, ਸਾਰੇ ਜਿਹੜੇ ਆਟੋਇਮਿਊਨ ਡਿਸਆਰਡਰ ਨੇ ਉਹਨਾਂ ਬਾਰੇ ਟਰੂ ਹੈ ਇਹ, ਕਿ ਜਿਹੜੀਆਂ ਅੱਡ ਆਟੋਇਮਿਊਨ ਡਿਸਆਰਡਰ ਨੇ ਉਹ ਕਿਸੇ ਪਰਟੀਕੂਲਰ ਅੰਗ ਨੂੰ ਤਾਂ ਡੈਮੇਜ ਕਰਦੀਆਂ ਨੇ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਉਸ ਅੰਗ ਨੂੰ ਡੈਮੇਜ ਕਰ ਰਹੀਆਂ ਨੇ, ਕਿਉਂਕਿ ਆਟੋਇਮਿਊਨ ਡਿਸਆਰਡਰ ਸਿਸਟੈਮਿਕ ਹੈ, ਪੂਰੇ ਸਰੀਰ 'ਚ ਚੱਲ ਰਿਹਾ ਉਹ, ਤਾਂ ਬਾਕੀ ਅੰਗਾਂ ਨੂੰ ਵੀ ਉਹ ਨੁਕਸਾਨ ਪਹੁੰਚਾ ਰਹੀਆਂ ਨੇ। ਜਿਵੇਂ ਮੰਨ ਲਓ ਗਠੀਆ ਵੀ ਹੈ, ਗਠੀਆ ਇਕੱਲਾ ਜੋੜਾਂ ਦਾ ਨਹੀਂ ਹੁੰਦਾ। ਜੇ ਗਠੀਆ ਜੋੜਾਂ ਦਾ ਹੋ ਰਿਹਾ ਤੇ ਇਹਦਾ ਮਤਲਬ ਨਾਲ ਨੂੰ ਹੋਰ ਅੰਗ ਵੀ ਉਹਦੇ ਥੋੜੇ ਡੈਮੇਜ ਹੋ ਰਹੇ। ਗਠੀਆ ਮੁੱਖ ਤੌਰ ਤੇ ਉਹ ਜਿਹੜੀ ਗਠੀਆ ਹੈ, ਰੂਮੇਟੋਇਡ ਆਰਥਰਾਈਟਿਸ ਹੈ, ਮੁੱਖ ਤੌਰ ਤੇ ਜੋੜਾਂ ਦੀ ਬਿਮਾਰੀ ਹੈ। ਜੋੜਾਂ 'ਚ ਉਹਦਾ ਬਾਹਰੀ ਰੂਪ ਦਿਖਦਾ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਉਹ ਫੇਫੜਿਆਂ ਤੇ ਜਾਂ ਦਿਲ ਤੇ ਜਾਂ ਹੋਰ ਬਾਕੀ ਅੰਗਾਂ ਦੇ ਅਸਰ ਨਹੀਂ ਪਾਏਗੀ, ਸਾਰੇ ਅੰਗਾਂ ਦੇ ਪਾਏਗੀ। ਸੇਮ ਸੋਰੀਅਸਿਸ ਬਾਰੇ ਟਰੂ ਹੈ ਕਿ ਸੋਰੀਅਸਿਸ ਦਾ ਠੀਕ ਹੈ ਦਿਖਣ ਵਾਲਾ ਹਿੱਸਾ ਉਹਦਾ ਚਮੜੀ ਹੈ, ਲੇਕਿਨ ਉਹਦਾ ਬਾਕੀ ਦਾ ਜਿਹੜੇ ਨਹੀਂ ਦਿਖਣ ਵਾਲੇ ਜਾਂ ਜਿਹੜੇ ਘੱਟ ਦਿਖਦੇ ਆ ਉਹਦੇ ਜੁਆਇੰਟਸ ਹੈ। ਸੋਰੀਅਸਿਸ ਵਾਲਿਆਂ ਦੇ ਹੌਲੀ ਹੌਲੀ ਜੁਆਇੰਟਸ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਨੋਆਂ 'ਚ ਆ ਜਾਂਦੀ ਸੋਰੀਅਸਿਸ, ਠੀਕ ਹੈ। ਜ਼ਿਆਦਾ ਦਿਖਦੀ ਸਕਿਨ ਤੇ ਦਿਖਦੀ ਹੈ, ਜ਼ਿਆਦਾ ਕੋਹਣੀਆਂ ਤੇ, ਗੋਡਿਆਂ ਤੇ, ਸਿਰ ਤੇ, ਪਿੱਠ ਤੇ, ਲੇਕਿਨ ਬਹੁਤ ਸਾਰੇ ਮਰੀਜ਼ਾਂ ਦੇ ਅੰਦਰ ਇਹ ਸਾਰੀ ਬਾਡੀ ਤੇ ਵੀ ਹੋ ਜਾਂਦੀ ਹੈ। ਇਹਦੇ 'ਚ ਬਾਕੀ ਹੌਲੀ ਹੌਲੀ ਲੰਗਸ ਇਨਵੋਲਵ ਹੋਣ ਲੱਗ ਜਾਂਦੇ ਆ, ਹਾਰਟ ਇਨਵੋਲਵ ਹੋਣ ਲੱਗ ਜਾਂਦਾ ਹੈ, ਜਿਹੜੇ ਨੇ ਬਾਕੀ ਵੀ ਸਿਸਟਮ ਜਿਹੜੇ ਨੇ ਉਹ ਖਰਾਬ ਹੋਣ ਲੱਗ ਜਾਂਦੇ, ਲਿਵਰ ਇਨਵੋਲਵ ਹੋਣ ਲੱਗ ਜਾਂਦਾ, ਹੌਲੀ ਹੌਲੀ ਬਾਕੀ ਸਿਸਟਮ ਵੀ ਜਿਹੜੇ ਨੇ ਉਹ ਖਰਾਬ ਹੋਣ ਲੱਗ ਜਾਂਦੇ ਆ। ਇਹ ਮੋਟਾ ਜਿਹੜੀ ਸੋਰੀਅਸਿਸ ਦੀ ਤਸਵੀਰ ਹੁੰਦੀ ਹੈ। ਬੱਚਿਆਂ 'ਚ ਨਹੀਂ ਹੁੰਦੀ, ਬਹੁਤੀ ਵਾਰੀ ਐਡਲਟਸ ਹੁੰਦੀ ਹੈ, 15 ਸਾਲ ਤੋਂ ਬਾਅਦ ਹੀ ਹੁੰਦੀ ਹੈ।
ਤੇ ਫਿਰ ਬਹੁਤੇ ਮਰੀਜ਼ਾਂ 'ਚ ਤਕਰੀਬਨ ਸਾਲਾਂ ਬੱਧੀ ਚੱਲਦੀ ਹੈ ਜਾਂ ਲਾਈਫ ਲੌਂਗ ਚਲੀ ਜਾਂਦੀ ਹੈ। ਉਹ ਇਸ ਕਰਕੇ ਬੱਚਿਆਂ 'ਚ ਰੇਅਰਲੀ ਬੱਚਿਆਂ 'ਚ ਵੀ ਹੁੰਦੀ ਹੈ, ਰੇਅਰਲੀ ਛੋਟੇ ਬੱਚਿਆਂ 'ਚ ਹੋ ਜਾਂਦੀ ਹੈ। ਜਿਹੜਾ ਦੋ ਕਿਸਮ ਦਾ ਇਲਾਜ ਹੈ ਇਹਦਾ, ਇੱਕ ਤਾਂ ਲੋਕਲ ਐਪਲੀਕੇਸ਼ਨਾਂ, ਕਰੀਮਾਂ, ਕੋਈ ਲੋਸ਼ਨ ਲਾ ਕੇ, ਇੱਕ ਦਵਾਈ ਖਾ ਕੇ। ਕੋਈ ਵੀ ਸਿਸਟਮ ਹੈ ਦੋਨੋਂ ਤਰੀਕੇ ਨਾਲ ਇਲਾਜ ਕਰਦਾ ਹੈ, ਚਾਹੇ ਉਹ ਐਲੋਪੈਥੀ ਹੈ, ਚਾਹੇ ਉਹ ਆਯੁਰਵੈਦਿਕ ਹੈ, ਤੇ ਚਾਹੇ ਆਪਾਂ ਹੋਲਿਸਟਿਕ ਹੈਲਥ ਦਾ ਜਿਹੜੀ ਗੱਲ ਕਰਾਂਗੇ, ਆਪਾਂ ਵੀ ਦੋਨੋਂ ਕੰਮ ਕਰਨੇ ਆ ਆਪਾਂ ਨੇ। ਕਿਉਂਕਿ ਬਿਮਾਰੀ ਜਿਹੜੀ ਹੈ ਸਿਸਟੈਮਿਕ ਹੈ, ਸਿਰਫ ਉਹਦਾ ਬਾਹਰੀ ਰੂਪ ਚਮੜੀ 'ਚ ਹੈ, ਲੇਕਿਨ ਬਿਮਾਰੀ ਕੀ ਹੈ? ਆਟੋ ਇਮਿਊਨ ਡਿਸਆਰਡਰ ਹੈ। ਆਟੋ ਇਮਿਊਨ, ਸਾਡਾ ਇਮਿਊਨ ਸਿਸਟਮ, ਕਿਉਂਕਿ ਇਮਿਊਨ ਸਿਸਟਮ ਪੂਰੀ ਬੋਡੀ ਦਾ ਇੱਕੋ ਹੀ ਹੈ, ਚਮੜੀ ਦਾ ਅਲੱਗ ਥੋੜ੍ਹੀ ਹੈ ਕੋਈ। ਇਮਿਊਨ ਸਿਸਟਮ ਸਾਰੇ ਸਰੀਰ ਦਾ ਇੱਕੋ ਹੀ ਹੈ, ਉਹ ਇੱਕ ਯੂਨਿਟ ਦੇ ਤੌਰ ਤੇ, ਇੱਕ ਪੂਰੇ ਸਿਸਟਮ ਦੇ ਤੌਰ ਤੇ ਆਪਰੇਟ ਕਰਦਾ। ਇਹਦਾ ਮਤਲਬ ਜੋ ਗਲਤ ਐਕਸ਼ਨ ਲੈ ਰਿਹਾ ਤਾਂ ਚਮੜੀ 'ਚ ਉਹਦੀ ਮੁੱਖ ਜਿਹੜੀ ਦਿਖਣ ਵਾਲੀ ਅਲਾਮਤਾਂ ਨੇ ਉਹ ਚਮੜੀ 'ਚ ਨੇ, ਪਰ ਲੇਕਿਨ ਬਾਕੀ ਸਿਸਟਮ ਨੂੰ ਡੈਮੇਜ ਕਰਦਾ। ਇਸ ਕਰਕੇ ਅਸੀਂ ਵੀ ਜਿਹੜਾ ਹੋਲਿਸਟਿਕ ਹੈਲਥ ਵੀ ਕਰਾਂਗੇ, ਪੂਰੇ ਸਿਸਟਮ ਨੂੰ, ਪੂਰੇ ਇਮਿਊਨ ਸਿਸਟਮ ਨੂੰ ਠੀਕ ਕਰਾਂਗੇ, ਪਲੱਸ ਉਹਦੇ ਨਾਲ ਜਿਹੜੀਆਂ ਕੁਛ ਜਿਹੜੀਆਂ ਲੋਕਲ ਲਾਉਣ ਵਾਲੀ ਚੀਜ਼ਾਂ ਵੀ ਵਰਤਾਂਗੇ। ਤੇ ਉਹ ਜਿਹੜੀ ਐਲੋਪੈਥੀ ਇਹੀ ਕਰਦੀ ਹੈ, ਐਲੋਪੈਥੀ ਕਰਦੀ ਖਾਣ ਵਾਲੀਆਂ ਦਵਾਈਆਂ ਵੀ ਦਿੰਦੀ ਹੈ, ਪਰ ਉਹ ਦਬਾਉਣ ਵਾਲੀਆਂ ਨੇ ਸਾਰੀਆਂ, ਉਹ ਕਿਉਰ ਕਰਨ ਵਾਲੀਆਂ ਨਹੀਂ ਹੈ, ਉਹ ਦਬਾਉਣ ਵਾਲੀਆਂ। ਇਮਿਊਨ ਸਿਸਟਮ ਨੂੰ ਨਹੀਂ ਠੀਕ ਕਰ ਰਹੇ, ਉਹ ਇਮਿਊਨ ਸਿਸਟਮ ਨੂੰ ਦਬਾ ਰਹੇ, ਦੱਬ ਰਹੇ ਆ। ਸੋ ਦੱਬਣ ਦਾ ਕੀ ਰਿਜ਼ਲਟ ਹੁੰਦਾ ਕਿ ਦੱਬ ਜਾਂਦੀ ਹੈ, ਮਰੀਜ਼ ਇੱਕ ਵਾਰੀ ਖੁਸ਼ ਹੋ ਜਾਂਦਾ ਵੀ ਹਾਂ ਮੈਂ ਠੀਕ ਹੋ ਗਿਆ। ਉਹ ਜਦੋਂ ਦਵਾਈ ਦੇ ਸਾਈਡ ਇਫੈਕਟ ਆਉਣ ਲੱਗਦੇ ਨੇ ਤਾਂ ਉਦੋਂ ਫਿਰ ਝਿਗਾਣਾ ਮਾਰਦਾ ਮਰੀਜ਼। ਬਹੁਤ ਮਰੀਜ਼ ਤੁਹਾਡੇ ਕੋਲ ਆਉਣਗੇ, ਮੇਰੀ ਦਵਾਈਆਂ ਤੋਂ ਛੁਟਕਾਰਾ ਕਰਾ ਦਿਓ। ਬਿਮਾਰੀ ਤਾਂ ਜਿਹੜੀ ਹੈਗੀ ਹੈ ਕਿ ਦਵਾਈਆਂ ਆਪਣੇ ਆਪ ਬਿਮਾਰੀ ਬਣ ਗਈਆਂ, ਤਾਂ ਇਸ ਕਰਕੇ ਉਹ ਬਿਮਾਰੀ ਵੀ ਲਾਂਤਾਂ ਪਕੜਨ ਲੱਗ ਜਾਂਦੀ ਹੈ, ਔਰ ਉਹ ਫਿਰ ਉੱਬਲ ਉੱਠ ਜਾਂਦੀ ਹੈ। ਦਵਾਈਆਂ ਇੱਕ ਲੈਵਲ ਤੇ ਜਾ ਕੇ ਅਸਰ ਨਹੀਂ ਛੱਡ ਜਾਂਦੀਆਂ, ਉਹਦੀ ਡੋਜ਼ ਵਧਾਉਣੀ ਪੈਂਦੀ ਹੈ। ਜੋ ਕੋਈ ਵੀ ਦਬਾਉਣ ਵਾਲੀ ਤੁਸੀਂ ਦਵਾਈ ਵਰਤੋਗੇ, ਦੱਬਣ ਵਾਲੀ, ਉਹਦੀ ਡੋਜ਼ ਲਗਾਤਾਰ ਵਧਾਉਣੀ ਪਏਗੀ। ਕਿਉਂ ਵਧਾਉਣੀ ਪਏਗੀ? ਕਿਉਂਕਿ ਹਰ ਦਵਾਈ ਨੂੰ ਕੁਦਰਤ ਜਿਹੜਾ ਸਾਰਾ ਸਰੀਰ ਹੈ, ਲਿਵਰ ਹੈ, ਉਹ ਜ਼ਹਿਰ ਲੇਬਲ ਕਰ ਦਿੰਦਾ ਅੰਦਰ ਜਾ ਕੇ, ਉਹ ਜ਼ਹਿਰ ਨੂੰ ਡਿਸਟਰੋਏ ਕਰਨਾ ਸ਼ੁਰੂ ਕਰ ਦਿੰਦਾ। ਜਿਹੜੀ ਦਵਾਈ ਮੰਨ ਲਓ ਜਾਨਸਾਰ ਲਿਵਰ ਨੇ 50% ਡਿਸਟਰੋਏ ਕਰਤੀ, ਤਾਂ ਮਤਲਬ 50% ਵਧਾਉਣਾ ਪਊਗਾ ਐਕਸ਼ਨ ਲੈਣ ਲਈ। ਜਦੋਂ ਦੀ ਪੈਰਾਸਟਾਮੋਲ ਦੀ ਐਗਜ਼ਾਮਪਲ ਆਪਾਂ ਬਹੁਤ ਵਾਰੀ ਲਈ ਹੈ, ਕਿ ਪੈਰਾਸਟਾਮੋਲ ਪਹਿਲਾਂ 325 ਸੀਗੀ, ਫਿਰ 500 ਹੋਈ, ਹੁਣ 650 ਹੋ ਗਈ। ਕਿਉਂ? ਕਿਉਂਕਿ ਉਹ ਜਾਨਸਾਰ ਲਿਵਰ ਜਿਹੜਾ 325 ਗ੍ਰਾਮ ਤੋਂ ਉਡਾਈ ਦਿੰਦਾ, ਉਹਦੀ ਕੈਪੈਸਿਟੀ ਇੰਨੀ ਕੁ ਹੈਗੀ ਹੈ 325 ਗ੍ਰਾਮ ਨੂੰ ਡਿਸਟਰੋਏ ਕਰ ਦੇਵੇ, ਬਾਕੀ 325 ਗ੍ਰਾਮ ਜਿਹੜੀ ਰਹਿ ਜਾਂਦੀ ਉਹ ਐਕਸ਼ਨ ਕਰਦੀ ਹੈ। ਇਹ ਸਾਰੀਆਂ ਦਵਾਈਆਂ ਦਿੰਦਾ। ਜਿੰਨੀਆਂ ਦਬਾਉਣ ਵਾਲੀਆਂ ਦਵਾਈਆਂ ਤੁਸੀਂ ਵਰਤੋਗੇ, ਜਾਂ ਤਾਂ ਹੈਬਿਟ ਫਾਰਮਿੰਗ ਹੋਣਗੀਆਂ, ਤੁਹਾਨੂੰ ਉਹ ਇੰਨੀਆਂ ਆਦੀ ਕਰ ਦੇਣਗੀਆਂ, ਜਿਵੇਂ ਦਰਦ ਦੀਆਂ ਗੋਲੀਆਂ ਨੇ, ਨੀਂਦ ਦੀਆਂ ਗੋਲੀਆਂ ਨੇ, ਡਿਪਰੈਸ਼ਨ ਵਾਲੀਆਂ ਗੋਲੀਆਂ ਨੇ, ਉਹ ਤੁਹਾਨੂੰ ਇੰਨਾ ਆਦੀ ਕਰ ਦਿੰਦੀਆਂ ਕਿ ਨਸ਼ੇ ਵਾਂਗੂ ਲੱਗ ਜਾਂਦੀਆਂ ਨੇ। ਇੱਕ ਡੋਜ਼ ਵੀ ਤੁਸੀਂ ਮਿਸ ਕਰ ਜਾਓ, ਇੱਕ ਦਿਨ ਵੀ ਨਾ ਖਾਓ, ਤੁਹਾਡਾ ਜਿਹੜਾ ਪੂਰਾ ਸੱਤਿਆਨਾਸ਼ ਹੋ ਜਾਂਦਾ ਸਰੀਰ ਦਾ। ਇਸੇ ਤਰ੍ਹਾਂ ਉਹ ਡੋਜ਼ ਵੱਧਦੀ ਰਹਿੰਦੀ ਹੈ, ਡੋਜ਼ ਵਧਾਉਣੀ ਪੈਂਦੀ ਹੈ। ਲੇਕਿਨ ਡੋਜ਼ ਵਧਾਉਣ ਦਾ ਮਤਲਬ ਹੈ ਕਿ ਉਹਦੀ ਟੌਕਸਿਸਿਟੀ ਜਿਹੜੀ ਹੈ ਉਹ ਵੀ ਮਾਰੂ ਹੋਊਗੀ। ਜਿੰਨੀ ਡੋਜ਼ ਵਧਾਈ ਜਾਓਗੇ, ਉਹ ਜਿਹੜਾ ਸਰੀਰ ਤਾਂ ਉਹਨੂੰ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਜ਼ਹਿਰ ਮੁਕਤ ਕਰਨ ਦੀ ਜਾਂ ਜ਼ਹਿਰ ਨੂੰ ਨਿਊਟਰਲਾਈਜ਼ ਕਰਨ ਦੀ, ਤੁਸੀਂ ਡੋਜ਼ ਵਧਾ ਕੇ ਉਹਨੂੰ ਜ਼ਹਿਰ ਘੋਲ ਰਹੇ ਹੋ, ਜ਼ਹਿਰ ਐਡ ਕਰੀ ਜਾ ਰਹੇ, ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਬੰਦਾ ਉਲਝ ਜਾਂਦਾ। ਤਾਂ ਇਹ ਅਪਰੋਚ ਜਿਹੜੀ ਹੈ ਬੇਸਿਕਲੀ ਬਹੁਤ ਹੀ ਗਲਤ ਅਪਰੋਚ ਹੈ, ਇਹਦੇ 'ਚ ਨਹੀਂ ਪੈਣਾ ਚਾਹੀਦਾ। ਸੋ ਇਹਦੇ 'ਚ ਆਪਾਂ ਜਿਹੜੀਆਂ ਕੀ ਕਰ ਸਕਦੇ ਹਾਂ, ਹੋਲਿਸਟਿਕ ਹੈਲਥ ਕੇਅਰ 'ਚ ਆਪਾਂ ਕੀ ਕਰਦੇ ਹਾਂ। ਹੋਲਿਸਟਿਕ ਹੈਲਥ 'ਚ ਕੁਛ ਚੀਜ਼ਾਂ ਜਿਹੜੀਆਂ ਨੇ, ਆਪਾਂ ਹੋਲਿਸਟਿਕ ਹੈਲਥ ਦੀਆਂ ਇੱਕ ਤਾਂ ਜਨਰਲ ਹੋ ਗਿਆ, ਆਪਾਂ ਇਮਿਊਨ ਸਿਸਟਮ ਨੂੰ ਤਕੜਾ ਕਿਵੇਂ ਕਰਨਾ। ਤਕੜੇ ਦਾ ਮਤਲਬ ਕੋਈ ਭਲਵਾਨਾਂ ਵਾਲਾ ਤਕੜਾ ਨਹੀਂ ਹੈ, ਸਿਆਣਾ ਵੀ, ਉਹ ਸਿਆਣਪ ਵਾਲਾ ਕੰਮ ਕਰੇ, ਉਹ ਐਕਸ਼ਨ ਕਰੇ ਜਿਹੜਾ ਨੀਡਡ ਹੈ, ਉਹ ਐਕਸ਼ਨ ਨਾ ਕਰੇ ਜਿਹੜਾ ਨਹੀਂ ਨੀਡਡ। ਜਦੋਂ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ ਤਾਂ ਉਹ ਦਾਅ ਪੇਚ ਖੇਡਦਾ ਜਿਹੜੇ ਦਾਅ ਪੇਚ ਨੂੰ ਨਹੀਂ ਖੇਡਣੇ ਚਾਹੀਦੇ। ਕਿਉਂਕਿ ਜਿਵੇਂ ਨਾ ਬੰਦਾ ਡਰ ਕੇ ਹੌਚ-ਪੌਚ ਗੱਲਾਂ ਕਰਦਾ, ਡਰ ਜਾਂਦਾ ਵੀ ਇਹ ਮੈਂ ਤਾਂ ਹੁਣ ਮਰੂੰਗਾ, ਤਾਂ ਉਹ ਡਰ ਕੇ ਉੱਦਾਂ ਉਹ ਜਿਹੜੀ ਇੱਦਾਂ ਦਾ ਇਮਿਊਨ ਸਿਸਟਮ ਨੂੰ ਆਪਾਂ ਟ੍ਰੇਨਡ ਕਰਨਾ ਹੈ, ਇੱਦਾਂ ਇਮਿਊਨ ਸਿਸਟਮ ਨੂੰ ਆਪਾਂ ਨੇ ਤਕੜਾ ਕਰਨਾ ਹੈ ਕਿ ਉਹ ਠੀਕ ਟਾਈਮ ਤੇ, ਠੀਕ ਸਥਾਨ ਤੇ ਠੀਕ ਐਕਸ਼ਨ ਲਵੇ। ਉਹਦੇ ਲਈ ਆਪਾਂ ਬਹੁਤ ਵਾਰੀ ਡਿਸਕਸ ਕਰ ਚੁੱਕੇ ਹਾਂ, ਉਹੀ ਚੀਜ਼ਾਂ ਨੇ ਉਹਨੂੰ ਆਪਾਂ ਵਾਰ-ਵਾਰ ਡਿਟੇਲ 'ਚ ਨਹੀਂ ਜਾਵਾਂਗੇ, ਵਿਸਥਾਰ 'ਚ ਨਹੀਂ ਜਾਵਾਂਗੇ ਉਹਦੇ। ਉਹ ਕੀ ਨੇ, ਆਪਾਂ ਸਿਰਫ ਗਿਣਾਂਗੇ ਉਹਨੂੰ। ਉਹ ਕੀ ਨੇ ਕਿ ਸਾਡਾ ਜਿਹੜਾ ਸਰੀਰ ਹੈ ਸਿਹਤਮੰਦ ਸਰੀਰ ਹੈ, ਸਿਹਤਮੰਦ ਸਰੀਰ ਲਈ ਸਾਨੂੰ ਕੀ ਚਾਹੀਦਾ? ਸਿਹਤਮੰਦ ਵਾਤਾਵਰਨ ਚਾਹੀਦਾ ਆਲੇ ਦੁਆਲੇ। ਸਿਹਤਮੰਦ ਵਾਤਾਵਰਨ ਕੀ ਆ? ਹਵਾ, ਪਾਣੀ, ਮਿੱਟੀ ਸਿਹਤਮੰਦ ਚਾਹੀਦੇ ਆ। ਹੋਰ ਕੀ ਸਿਹਤਮੰਦ ਚਾਹੀਦਾ? ਆਲੇ ਦੁਆਲੇ ਕੁਦਰਤ ਸਿਹਤਮੰਦ ਚਾਹੀਦੀ ਆ। ਪੇੜ ਪੌਦੇ ਸਿਹਤਮੰਦ ਹੋਣੇ ਚਾਹੀਦੇ, ਕਿਉਂਕਿ ਪੇੜ ਪੌਦਿਆਂ 'ਤੇ ਅਸੀਂ ਡਿਪੈਂਡੈਂਟ ਹਾਂ। ਸਾਡੇ ਉਹਦੇ ਜੀਵ ਜੰਤੂ ਵੀ ਸਿਹਤਮੰਦ ਹੋਣੇ ਚਾਹੀਦੇ ਆ, ਕਿਉਂਕਿ ਉਹਨਾਂ 'ਤੇ ਵੀ ਅਸੀਂ ਡਿਪੈਂਡੈਂਟ ਹਾਂ।
ਸਾਡੇ ਉਹਦਾ ਸਮਾਜ ਅੱਛਾ ਹੋਣਾ ਚਾਹੀਦਾ, ਕਿਉਂਕਿ ਉਹ ਇਮਿਊਨ ਸਿਸਟਮ ਨੂੰ ਬਹੁਤ ਤਗੜਾ ਕਰਦਾ। ਹੁਣ ਤਾਂ ਪ੍ਰੂਵ ਹੋ ਗਿਆ ਹੋਇਆ ਕਿ ਇਮਿਊਨ ਸਿਸਟਮ ਦਾ ਸਭ ਤੋਂ ਵੱਡਾ ਜਿਹੜਾ ਵੈਰੀ ਹੈ ਉਹ ਤੁਹਾਡਾ ਇੱਥੇ ਤਣਾਅ ਹੈ। ਜੇ ਤੁਸੀਂ ਤਣਾਅ 'ਚ ਰਹਿੰਦੇ ਹੋ, ਚਿੰਤਾ 'ਚ ਰਹਿੰਦੇ ਹੋ, ਗੁੱਸੇ 'ਚ ਰਹਿੰਦੇ ਹੋ, ਨੈਗੇਟਿਵ ਜਿਹੜੀ ਤੁਹਾਡੀ ਥਾਟ ਪ੍ਰੋਸੈਸ ਹੈ, ਨਫ਼ਰਤ ਦੀ ਹੈ, ਈਰਖਾ ਦੀ ਹੈ, ਬਦਲੇ ਦੀ ਹੈ, ਤਾਂ ਤੁਹਾਡਾ ਇਮਿਊਨ ਸਿਸਟਮ ਬਹੁਤ ਹੀ ਕਮਜ਼ੋਰ ਹੋ ਜਾਂਦਾ ਹੈ, ਬਹੁਤ ਕਮਜ਼ੋਰ ਹੋ ਜਾਂਦਾ ਹੈ। ਉਹ ਬੰਦਾ ਬਿਮਾਰ ਹੋਏਗਾ ਹੀ ਹੋਏਗਾ। ਜੇ ਤੁਸੀਂ ਖੁਸ਼ ਹੋ, ਸ਼ਾਂਤ ਹੋ, ਆਲੇ ਦੁਆਲੇ ਦੇ ਸਮਾਜ ਨਾਲ ਬਹੁਤ ਨਿੱਘੇ ਜੁੜੇ ਹੋਏ ਹੋ, ਪਿਆਰ ਭਰੇ ਰਿਲੇਸ਼ਨਸ਼ਿਪ ਬੱਝੇ ਹੋਏ ਹੋ, ਉਹ ਕੁਦਰਤ ਸਾਰੀ ਪਿਆਰ ਭਰੇ ਰਿਲੇਸ਼ਨਸ਼ਿਪ 'ਚ ਹੈ, ਪਿਆਰ 'ਚ, ਲਵ। ਜਿਹੜਾ ਕੁਦਰਤ ਦਾ ਸਾਰਾ ਵਰਤਾਰਾ ਉਹ ਲਵ ਤੇ ਖੜਾ ਹੈ। ਕੁਦਰਤ ਤੁਸੀਂ ਨਿਗਾਹ ਮਾਰ ਕੇ ਦੇਖੋ, ਸਾਰੇ ਦਾ ਸਾਰਾ ਜਿਹੜੀ ਕੁਦਰਤ ਜੁੜੀ ਹੋਈ ਹੈ, ਉਹ ਕਿਸ ਰਿਸ਼ਤੇ ਜੁੜੀ ਹੋਈ ਹੈ? ਪਿਆਰ ਦੇ ਰਿਸ਼ਤੇ। ਉਹ ਜਿਹੜਾ ਕਿਉਂਕਿ ਵਨਨੈਸ ਉਹਦੇ ਅੰਦਰ ਮਨ, ਤਾਂ ਇਹ ਸਾਰੇ ਦਾ ਸਾਰਾ ਕਾਹਦੇ ਲਈ ਚਾਹੀਦਾ ਸਾਨੂੰ? ਇਮਿਊਨ ਸਿਸਟਮ ਨੂੰ ਤਕੜਾ ਕਰਨ ਲਈ ਚਾਹੀਦਾ। ਇਹ ਤਾਂ ਹੈ ਹੀ ਹੈ, ਇਹਨੂੰ ਕਦੀ ਨਹੀਂ ਭੁੱਲਣਾ, ਕਦੀ ਨਹੀਂ ਭੁੱਲਣਾ। ਕੋਈ ਬਿਮਾਰੀ ਹੋਵੇ, ਕੋਈ ਬਿਮਾਰੀ ਹੋਵੇ, ਇਹਦੇ ਪ੍ਰਤੀ ਚੇਤਨ ਰਹਿਣਾ ਕਿ ਮੇਰੇ ਆਲੇ ਦੁਆਲੇ ਕਿੱਦਾਂ ਦਾ ਵਾਤਾਵਰਨ ਚਾਹੀਦਾ ਹੈ। ਚਾਹੇ ਉਹ ਫਿਜ਼ੀਕਲ ਇਨਵਾਇਰਮੈਂਟ ਹੈ, ਯਾਨੀ ਕਿ ਹਵਾ, ਪਾਣੀ, ਮਿੱਟੀ ਹੈ, ਚਾਹੇ ਉਹ ਕੋਈ ਜੀਵ ਜੰਤੂਆਂ ਦਾ, ਪੌਦਿਆਂ ਦਾ, ਦਰਖਤਾਂ ਦਾ, ਜਾਂ ਮੇਰੇ ਆਲੇ ਦੁਆਲੇ ਸਮਾਜ ਹੈ। ਸਮਾਜ ਦੇ ਅੰਦਰ ਪਰਿਵਾਰ ਸਭ ਤੋਂ ਛੋਟਾ ਸਮਾਜ ਹੈ, ਇਕਾਈ ਹੈ, ਫਿਰ ਮਹੱਲਾ ਹੈ, ਫਿਰ ਪਿੰਡ ਹੈ, ਫਿਰ ਸਾਰੇ ਦਾ ਸਾਰਾ। ਜਿੰਨਾ ਉਹ ਹੈਲਦੀ ਹੋਏਗਾ ਉਨੀ ਅਸੀਂ ਹੈਲਦੀ ਹੋਵਾਂਗੇ। ਸੋ ਮੈਨੂੰ ਉਹ ਸਮਾਜ ਵੀ ਹੈਲਦੀ ਚਾਹੀਦਾ। ਇਹ ਕਿਤੇ ਹੋਲਿਸਟਿਕ ਹੈਲਥ ਦਾ ਮਤਲਬ ਇਹ ਹੈ। ਉਸ ਤੋਂ ਬਾਅਦ ਜਿਹੜੀਆਂ ਆਪਾਂ ਕਰ ਸਕਦੇ ਹਾਂ ਹੋਲਿਸਟਿਕ ਹੈਲਥ ਦੀਆਂ ਕੁਛ ਚੀਜ਼ਾਂ ਜਿਹੜੀਆਂ ਕਿ ਆਪਾਂ ਕਰਨੀਆਂ ਹੁੰਦੀਆਂ ਨੇ, ਇਹ ਤਾਂ ਨੈਚੁਰਲ ਹੋ ਗਿਆ ਨਾ, ਜਿਹੜੀਆਂ ਆਪਾਂ ਕਰ ਸਕਦੇ ਹਾਂ ਆਪਣੇ ਵਿਅਕਤੀਗਤ ਤੌਰ ਤੇ ਜਾਂ ਇੱਕ ਛੋਟੇ ਜਿਹੇ ਗਰੁੱਪ 'ਚ ਇਕੱਠੇ ਹੋ ਕੇ, ਉਹ ਆਪਾਂ ਉਹ ਵੀ ਗਿਣ ਦਿੰਦੇ ਹਾਂ। ਉਹਦੇ 'ਚ ਭੋਜਨ, ਕੁਆਲਿਟੀ ਆਫ ਫੂਡ, ਕਿ ਗੁਣਾਤਮਕ ਤੌਰ ਤੇ ਭੋਜਨ ਬਹੁਤ ਵਧੀਆ ਹੋਣਾ ਚਾਹੀਦਾ। ਗੁਣਾਤਮਕ ਤੌਰ ਤੇ ਬਾਇਓਡਾਇਵਰਸ ਟਾਈਪ ਆਫ ਭੋਜਨ, ਕਿ ਭਾਂਤ ਦੇ ਭੋਜਨ ਹੋਣ, ਉਹਦੇ 'ਚ ਭਾਂਤ ਦੇ ਭੋਜਨ ਹੋਣ। ਬਹੁਤ ਸਾਰੇ ਭੋਜਨ ਇਹੋ ਜਿਹੇ ਨੇ ਜਿਹੜੇ ਇਮਿਊਨ ਸਿਸਟਮ ਨੂੰ ਬਹੁਤ ਤਕੜਾ ਕਰਦੇ ਆ। ਉਹਦੇ ਅੰਦਰ ਖਾਸ ਕਰਕੇ ਆਪਾਂ ਨੇ ਕੁਛ ਚੀਜ਼ਾਂ ਦੀ ਜਿਹੜੀ ਪਹਿਲਾਂ ਗੱਲ ਨਹੀਂ ਕੀਤੀ। ਅੱਛਾ, ਧੁੱਪ ਜਿਹੜੀ ਹੈ, ਇਨਵਾਇਰਮੈਂਟ 'ਚ ਆਪਾਂ ਧੁੱਪ ਭੁੱਲ ਜਾਂਦੇ ਹਾਂ ਹਮੇਸ਼ਾ ਹੀ। ਧੁੱਪ ਜਿਹੜੀ ਹੈ, ਧੁੱਪ ਬਹੁਤ ਹੀ ਵੰਡਰਫੁਲ ਇਮਿਊਨਿਟੀ ਬੂਸਟਰ ਹੈ। ਪਹਿਲਾ ਇਮਿਊਨਿਟੀ ਬੂਸਟਰ ਨੇ ਸਾਨੂੰ ਸਿਹਤਮੰਦ ਰੱਖਣ ਲਈ ਮਲਟੀਪਲ ਕੰਮ ਕਰਦੀ ਹੈ ਧੁੱਪ। ਮਤਲਬ ਸੂਖਸ਼ਮ, ਜਿਹੜੀ ਸਭ ਤੋਂ ਸੂਖਸ਼ਮ ਹੈ ਸਪਿਰਿਚੁਅਲਿਟੀ, ਇਹ ਕਿ ਪ੍ਰਮਾਤਮਾ ਨਾਲ ਜੁੜ ਕੇ ਰਹਿਣਾ, ਉਹ ਸੂਖਸ਼ਮ, ਬਹੁਤ ਹੀ ਸੂਖਸ਼ਮ ਹੈ। ਉਹ ਕਈ ਵਾਰੀ ਬਹੁਤ ਬੰਦਿਆਂ ਦੇ ਸਿਰ ਤੋਂ ਲੰਘ ਜਾਂਦਾ, ਲੇਕਿਨ ਉਹਨੂੰ ਅਗਰ ਠੀਕ ਢੰਗ ਨਾਲ ਸਮਝਾਂਗੇ ਆਪਾਂ ਤੇ ਕਿਸ ਢੰਗ ਨਾਲ ਪ੍ਰਮਾਤਮਾ ਨਾਲ ਜੁੜ ਕੇ ਰਹਿਣਾ, ਉਸ ਤੋਂ ਥੋੜਾ ਜਿਹਾ ਘੱਟ ਸੂਖਸ਼ਮ ਹੈ ਧੁੱਪ। ਇਹ ਧੁੱਪ ਕਹੋਗੇ ਤੁਹਾਨੂੰ ਦਿਖਦੀ ਹੈ, ਹਮੇਸ਼ਾ ਹੁੰਦੀ ਹੈ, ਆਪਾਂ ਨੂੰ ਬਾਦਰ ਨਹੀਂ ਕਰਦੇ ਵੀ ਚੱਲ ਮਿਲ ਗਈ ਨਾ ਮਿਲ ਗਈ ਨਹੀਂ। ਤਾਂ ਇਹ ਨਹੀਂ ਕਰਨਾ। ਧੁੱਪ ਨੂੰ ਚੇਤਨ ਤੌਰ ਤੇ ਆਪਣੇ ਆਪ ਨੂੰ ਧੁੱਪ 'ਚ ਲੈ ਕੇ ਜਾਣਾ। ਜਿਹੜਾ ਇਹ ਸਾਰਾ ਬਕਵਾਸਬਾਜੀ ਇਹਨਾਂ ਨੇ ਬੜੀ ਫੈਲਾਈ ਸੀ, ਇਹਨਾਂ ਨੇ ਵੀ ਧੁੱਪ ਜਾਣ ਨਾਲ ਸਕਿਨ ਕੈਂਸਰ ਹੁੰਦਾ, ਸਾਰਾ ਦਾ ਸਾਰਾ ਰਿਜੈਕਟ ਹੋ ਚੁੱਕਿਆ। ਤੇ ਲੋ ਲਾਓ, ਸਨਸਕ੍ਰੀਨ ਲਾਓ ਤੇ ਉਹ ਕਰੋ, ਤੇ ਇਹ ਸਾਰਾ ਬਕਵਾਸ ਜੋ ਸੀਗਾ ਉਹ ਸਾਰੇ ਦਾ ਸਾਰਾ ਜਿਹੜਾ ਉਹ ਰੱਦ ਹੋ ਚੁੱਕਿਆ। ਧੁੱਪ ਉਲਟਾ ਸਕਿਨ ਕੈਂਸਰ ਤੋਂ ਬਚਾਉਂਦੀ ਹੈ, ਕਰਦੀ ਨਹੀਂ ਹੈ। ਤੇ ਇਸ ਕਰਕੇ ਧੁੱਪ ਜਿਹੜੀ ਹੈ ਬਹੁਤ ਹੀ ਉੱਤਮ ਸਾਡੀ ਜਿਹਨੂੰ ਕਹਿੰਦੇ ਟੌਨਿਕ ਹੈ। ਵਿਟਾਮਿਨ ਡੀ ਬਣਾਉਂਦੀ ਹੈ, ਸਾਡੇ ਅੰਦਰ ਜਿਹੜੀਆਂ ਸਾਰੀ ਚਮੜੀ ਨੂੰ ਤੰਦਰੁਸਤ ਰੱਖਦੀ ਹੈ, ਸਾਡੇ ਸਰੀਰ ਨੂੰ ਐਨਰਜਾਈਜ਼ ਕਰਦੀ ਹੈ, ਸਾਡੇ ਇਕੱਲੇ ਸੈੱਲ ਤੱਕ ਪਹੁੰਚਦੀ ਹੈ। ਧੁੱਪ ਨੂੰ ਸਾਡਾ ਸਰੀਰ ਜਿਹੜੀ ਚਮੜੀ ਹੈ ਥੋੜਾ ਬਹੁਤਾ ਰੋਕਦੀ ਹੈ, ਲੇਕਿਨ ਪੂਰੀ ਧੁੱਪ ਦੇ ਕੁਛ ਹਿੱਸੇ ਜਿਹੜੇ ਅਲਟਰਾਵਾਇਲਟ ਰੇਜ਼ ਨੇ ਹੋਰ ਨੇ ਸਾਰੀਆਂ ਅੰਦਰ ਜਾਂਦੀਆਂ ਨੇ। ਤਾਂ ਧੁੱਪ ਦੇ ਅੰਦਰ ਜਿਹੜੀਆਂ ਅਲਟਰਾਵਾਇਲਟ ਰੇਜ਼ ਨੇ ਬਹੁਤ ਤਕੜੀਆਂ ਇਮਿਊਨਿਟੀ ਬੂਸਟਰ ਨੇ। ਇਸ ਕਰਕੇ ਧੁੱਪ ਨੂੰ ਆਪਣੇ ਆਪ ਨੂੰ ਐਕਸਪੋਜ਼ ਕਰਨਾ ਐਨ ਕੈਲਕੂਲੇਟਡ ਢੰਗ ਦੇ ਨਾਲ, ਉਹਨਾਂ ਨੇ ਸਾਇੰਟਿਸਟਾਂ ਨੇ ਕੈਲਕੂਲੇਟ ਵੀ ਕੀਤਾ ਕਿ ਲਗਭਗ 2-3 ਘੰਟੇ ਇੱਕ ਹਫ਼ਤੇ 'ਚ ਧੁੱਪ ਦਾ ਐਕਸਪੋਜ਼ਰ ਮਸਟ ਹੈ। ਤੁਸੀਂ 15 ਮਿੰਟ ਰੋਜ਼ ਕਰ ਲਓ, ਤੁਸੀਂ ਅੱਧਾ ਘੰਟਾ ਕਰਕੇ ਤੇ 3-4 ਦਿਨ ਕਰ ਲਓ, ਤੁਸੀਂ ਘੰਟਾ ਕਰਕੇ 3 ਦਿਨ ਕਰ ਲਓ, ਇਹ ਤੁਹਾਡੀ ਮਰਜ਼ੀ ਹੈ। ਵੱਧ ਕਰ ਲਓਗੇ ਗੁੱਡ, ਅੱਛਾ ਹੈ, ਲੇਕਿਨ ਇੰਨਾ ਕਰਨਾ ਬਹੁਤ ਜ਼ਰੂਰੀ ਹੈ ਕਿ ਧੁੱਪੇ ਗਰਮੀਆਂ 'ਚ ਵੀ ਸਹਿੰਦੀ ਧੁੱਪ 'ਚ ਬਾਹਰ ਨਿਕਲਣਾ। ਜਦੋਂ ਧੁੱਪ ਅਜੇ ਬਹੁਤ ਤੇਜ਼ ਨਹੀਂ ਹੈ, ਸਹੀ ਜਾ ਸਕਦੀ ਹੈ, ਤਾਂ ਬਾਹਰ ਨਿਕਲਣਾ। ਉਹ ਸਹਿੰਦੀ ਦਾ ਵੀ ਬੜਾ ਜਿਹਨੂੰ ਕਹਿੰਦੇ ਆ, ਹਰ ਵਿਅਕਤੀ ਦਾ ਆਪਣਾ। ਕੋਈ ਤਾਂ ਬਾਹਰ ਨਿਕਲਦੇ ਰੌਲੀ ਪਾ ਦਿੰਦੇ ਆ, ਹਾਏ ਧੁੱਪ। ਕੋਈ ਹੁਣ ਮਜ਼ਦੂਰ ਧੁੱਪ 'ਚ ਕੰਮ ਹੀ ਕਰਦੇ ਰਹਿੰਦੇ ਸਾਰਾ ਦਿਨ, ਉਹ ਤਾਂ ਵੀ ਉਹਨਾਂ ਨੂੰ ਕੁਛ ਨਹੀਂ ਹੁੰਦਾ। ਤਾਂ ਉਹ ਆਪਣੇ ਆਪ ਨੂੰ ਥੋੜ੍ਹਾ ਜਿਹਾ ਇੱਦਾਂ ਦਾ ਸਰੀਰ ਨੂੰ ਬਣਾਉਣਾ ਕਿ ਉਹ ਧੁੱਪ ਨੂੰ ਸਹਿ ਸਕਦਾ ਹੋਵੇ। ਜੋ ਅੱਜ ਕੱਲ੍ਹ ਦਾ ਸੱਭਿਆਚਾਰ ਆ ਗਿਆ ਕਿ ਵੱਡਦੇ ਟੀਵੀ ਉਹਦੇ 'ਚ AC 'ਚ ਵੜ ਜਾਂਦੇ ਅਸੀਂ। AC ਇੱਕ ਨਿਖਿੱਧ ਕਿਸਮ ਦੀ ਜਿਹੜੀ ਬਿਮਾਰੀ ਹੈ ਅਸੀਂ ਲਾ ਲਈ ਹੋਈ ਹੈ ਏਸੀਆਂ 'ਚ ਬੈਠਣਾ।
ਤਾਂ ਉਹ ਜਿਹੜਾ ਹੈ ਜਿਹੜਾ ਧੁੱਪ ਵਾਲਾ ਸਿਸਟਮ ਹੈ ਜਿਹੜਾ ਇਹਨੂੰ ਬਹੁਤ ਚੇਤਨ ਤੌਰ ਤੇ ਆਪਣੇ ਆਪ ਨੂੰ ਧੁੱਪ ਨੂੰ ਐਕਸਪੋਜ਼ ਕਰਨਾ ਜਿਹੜਾ ਹੈ ਇਹ ਇੱਕ ਜਿਹੜਾ ਹੋਲਿਸਟਿਕ ਹੈਲਥ ਦਾ ਬਹੁਤ ਬੜਾ ਹਥਿਆਰ ਹੈ ਸਾਡਾ। ਫਰੈਸ਼ ਏਅਰ ਦੂਸਰਾ ਹਥਿਆਰ ਹੈ ਕਿ ਤਾਜ਼ਾ ਹਵਾ 'ਚ ਰਹਿਣਾ। ਤਾਜ਼ਾ ਹਵਾ 'ਚ ਰਹਿਣਾ, ਜਿੰਨੀ ਤਾਜ਼ਾ ਹਵਾ 'ਚ ਰਵਾਂਗੇ, ਪੌਦੇ ਜਿੰਨੇ ਪੌਦਿਆਂ ਦੇ ਨੇੜੇ ਰਵਾਂਗੇ, ਗ੍ਰੀਨਰੀ ਦੇ ਨੇੜੇ ਰਵਾਂਗੇ, ਦਰਖਤਾਂ ਦੇ ਨੇੜੇ ਰਵਾਂਗੇ। ਦਰਖਤ ਵੰਡਰਫੁਲ ਜਿਹੜੇ ਨੇ ਉਹ ਚੀਜ਼ ਨੇ, ਸਭ ਤੋਂ ਵੱਡੇ ਸੰਤ ਨੇ ਉਹ ਜਿਹੜੇ ਦਿੰਦੇ ਹੀ ਦਿੰਦੇ ਨੇ, ਦਿੰਦੇ ਹੀ ਦਿੰਦੇ ਨੇ, ਉਹ ਲੈਂਦੇ ਕੁਛ ਨਹੀਂ ਸਭ ਤੋਂ। ਉਹ ਜਿਹੜੇ ਇਸ ਕਿਸਮ ਦਾ ਜਿਹੜਾ ਉਹ ਹੈ। ਉਦੋਂ ਬਾਅਦ ਆਪਾਂ ਆ ਜਾਂਦੇ ਹਾਂ ਕਿ ਆਪਣੇ ਲੈਵਲ ਤੇ ਆਪਾਂ ਇਹ ਸਾਰੀ ਚੀਜ਼ਾਂ ਜਿਹੀਆਂ ਉਹ ਭੋਜਨ ਹੋ ਗਿਆ, ਵਰਜਿਸ਼ ਹੋ ਗਈ ਜਾਂ ਫਿਜ਼ੀਕਲ ਕੰਮ ਹੋ ਗਿਆ, ਯੋਗਾ। ਯੋਗ ਸਾਧਨਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਐਕਸਰਸਾਈਜ਼ ਤੋਂ ਬਹੁਤ ਗਹਿਰੀ ਹੈ। ਸਾਨੂੰ ਸਾਰਿਆਂ ਨੂੰ ਯੋਗ ਸਿੱਖਣਾ ਚਾਹੀਦਾ ਕਿਸੇ ਨਾ ਕਿਸੇ ਸ਼ਕਲ 'ਚ। ਯੋਗ ਜਿਹੜੀ ਹੈ, ਯੋਗ ਬਹੁਤ ਹੀ ਉੱਤਮ ਹੈ। ਕਈ ਵਾਰੀ ਆਪਾਂ ਬਣਾ ਲੈਣੇ ਵੀ ਕੁਛ ਬੰਦਿਆਂ ਨਾਲ ਆਪਾਂ ਨੂੰ ਚਿੜ ਹੈ ਤੇ ਆਪਾਂ ਯੋਗ ਨਾਲ ਚਿੜ ਬਣਾ ਲਈ। ਕਿਸੇ ਨੂੰ ਹੋ ਸਕਦਾ ਬਾਬੇ ਰਾਮਦੇਵ ਨਾਲ ਚਿੜ ਹੋਵੇ ਤੇ ਉਹ ਕਹੇ ਵੀ ਮੈਂ ਤਾਂ ਨਹੀਂ ਕਰਦਾ ਯੋਗ। ਯੋਗ ਇੱਕ ਸਾਇੰਸ ਹੈ। ਯੋਗ ਸਾਧਨਾ ਜਿਹੜੀ ਹੈ ਇੱਕ ਸਾਇੰਸ ਹੈ, ਵਿਗਿਆਨ ਹੈ। ਇਹ ਕਿਸੇ ਦੀ ਪ੍ਰਾਪਰਟੀ ਨਹੀਂ ਹੈ। ਨਾ ਸਵਾਮੀ ਰਾਮਦੇਵ ਦੀ ਪ੍ਰਾਪਰਟੀ ਹੈ ਤੇ ਨਾ ਅਯੰਗਰ ਜਿਹੜਾ ਸੀਗਾ ਦਾ ਬਾਪ ਮੰਨਿਆ ਜਾਂਦਾ ਹੈ ਹਿੰਦੁਸਤਾਨ 'ਚ ਤੇ ਦੁਨੀਆ 'ਚ, ਨਾ ਉਹਦੀ ਪ੍ਰਾਪਰਟੀ। ਉਹਨੇ ਕਦੇ ਵਿਚਾਰ ਨੇ ਕਿਹਾ ਨਹੀਂ। ਪਤੰਜਲੀ ਮਹਾਰਿਸ਼ੀ ਨੇ ਇਹਨੂੰ ਕਿਸੇ ਨੇ ਛਾਂਗਣਾ ਸ਼ੁਰੂ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹ ਚੱਲੀ ਜਾ ਰਹੀ ਹੈ। ਸੋ ਇਹ ਵਿਗਿਆਨ ਹੈ, ਬਹੁਤ ਤਕੜਾ ਵਿਗਿਆਨ ਹੈ। ਯੋਗ ਸਾਧਨਾ ਜਿਹੜੀ ਹੈ ਆਮ ਵਰਜਿਸ਼ ਨਾਲੋਂ ਬਹੁਤ ਹੀ ਗਹਿਰੀ ਹੈ। ਯੋਗ ਸਾਧਨਾ ਅੰਦਰ ਜਿਹੜੀ ਖਾਸ ਕਰਕੇ ਪ੍ਰਾਣਾਯਾਮ ਨੇ, 8 ਅਸ਼ਟਾਂਗ ਯੋਗ ਕਹਿੰਦੇ ਇਹਨੂੰ, 8 ਦੀਆਂ ਕਿਰਿਆਵਾਂ ਨੇ। ਆਪਾਂ ਉਹਨੂੰ ਉਸ ਚੱਕਰ 'ਚ ਦੇ ਵਿਸਤਾਰ ਨਹੀਂ ਪੈਂਦੇ, ਲੇਕਿਨ ਉਹਦੇ 'ਚ ਪ੍ਰਾਣਾਯਾਮ ਨੇ। ਪ੍ਰਾਣਾਯਾਮ ਜਿਹੜੇ ਨੇ ਉਹ ਸਾਹ ਨਾਲ ਪਲੇਇੰਗ ਵਿਦ ਵਨਸ ਬ੍ਰੈਥ, ਕਿ ਆਪਣੀ ਸਾਹ ਨਾਲ ਖੇਡ ਕਰਨੀ। ਉਹ ਖੇਡ ਹੈ ਬੜੀ ਕਮਾਲ ਦੀ। ਆਪਣੇ ਸਾਹ ਨਾਲ ਤੁਸੀਂ ਖੇਡਦੇ ਹੋ। ਉਹ ਖੇਡਣ ਦੇ ਇੱਕ ਸੈੱਟ ਰੂਲਸ ਬਣੇ ਹੋਏ ਆ। ਉਸ ਰੂਲ ਤੇ ਤਾਂ ਆਪਣੇ ਸਾਹ ਨਾਲ ਖੇਡ ਮਤਲਬ ਜਿਹਨੂੰ ਕਹਿੰਦੇ ਆ ਮਸਤੀ ਕਰਨੀ। ਕੋਈ ਪ੍ਰਾਣਾਯਾਮ ਬੜੀ ਪਿਆਰੀ ਚੀਜ਼ ਨੇ। ਪ੍ਰਾਣਾਯਾਮ ਤੁਸੀਂ ਕਰਨ ਲੱਗਦੇ ਹੋ ਤਾਂ ਤੁਹਾਨੂੰ ਇੰਨਾ ਆਨੰਦ ਆਉਂਦਾ ਕਿ ਤੁਸੀਂ ਮਤਲਬ ਸਭ ਦੁਨੀਆ ਭੁੱਲ ਜਾਂਦੇ ਹੋ। ਪ੍ਰਾਣਾਯਾਮ ਜਿਹੜੇ ਨੇ ਬਹੁਤ ਹੀ ਅਗਰ ਰਿਲੈਕਸ ਢੰਗ ਨਾਲ ਕਰੋਗੇ ਤਾਂ ਤੁਸੀਂ ਇੰਜੋਏ ਕਰੋਗੇ। ਜੇ ਤੁਸੀਂ ਉਹਨੂੰ ਟੈਂਸ ਹੋ ਕੇ ਬੈਠ ਕੇ ਕਰੋਗੇ ਤਾਂ ਫਿਰ ਵੀ ਸਜ਼ਾ ਮਿਲ ਗਈ ਸਾਨੂੰ। ਕੋਈ ਪ੍ਰਾਣਾਯਾਮ ਬਹੁਤ ਹਲਕੇ ਫੁਲਕੇ ਢੰਗ ਨਾਲ ਕਰਨੇ ਚਾਹੀਦੇ ਆ, ਬਹੁਤ ਹੀ ਰਿਲੈਕਸ ਮੂਡ 'ਚ, ਬਹੁਤ ਇੰਜੋਏ ਕਰਕੇ, ਆਨੰਦ ਲੈ ਕੇ। ਜਿਵੇਂ ਬੰਦਾ ਡਾਂਸ ਕਰਕੇ ਆਨੰਦ ਲੈਂਦਾ ਜਾਂ ਗਾ ਕੇ ਆਨੰਦ ਲੈਂਦਾ, ਇੱਦਾਂ ਹੀ ਪ੍ਰਾਣਾਯਾਮ ਕਰਦੇ ਵੀ ਤੁਸੀਂ ਬਹੁਤ ਆਨੰਦ ਚਾ ਸਕਦੇ ਹੋ। ਪ੍ਰਾਣਾਯਾਮ ਜਿਹੜੇ ਨੇ ਉਹ ਬਹੁਤ ਹੀ ਉੱਤਮ ਪ੍ਰਾਣਾਯਾਮ ਨੇ। ਉਹਦੀ ਵਿਸਤਾਰ 'ਚ ਨਹੀਂ ਜਾਂਦੇ ਆਪਾਂ। ਇੱਕ ਹਲਕੇ ਫੁਲਕੇ ਪ੍ਰਾਣਾਯਾਮ ਨੇ, ਇੱਕ ਥੋੜੇ ਜਿਹੇ ਔਖੇ ਨੇ ਸਿੱਖਣੇ ਪ੍ਰਾਣਾਯਾਮ, ਲੇਕਿਨ ਜਿੰਨੇ ਔਖੇ ਨੇ ਸਿੱਖਣੇ ਉਹ ਉਨੇ ਹੀ ਪਾਵਰਫੁਲ ਨੇ। ਉਜਈ ਹੈ, ਤ੍ਰੈਬੰਧ ਹੈ, ਅਗਨੀਸਾਰ ਹੈ, ਇਹ ਔਖੇ ਨੇ ਸਿੱਖਣੇ, ਕਰਨੇ ਵੀ ਔਖੇ ਹੈ। ਲੇਕਿਨ ਜਦੋਂ ਤੁਸੀਂ ਟ੍ਰੇਨਡ ਹੋ ਜਾਂਦੇ ਹੋ ਤਾਂ ਫਿਰ ਤੁਹਾਡੀ ਬਿਮਾਰੀ ਨੂੰ ਟਿਕਣ ਦਿੰਦੇ ਹੈ। ਬਿਮਾਰੀ ਨਾਲ ਟਿਕ ਗਈ ਫਿਰ ਉਸ ਬੰਦੇ ਦੇ ਅੰਦਰ। ਇਸੇ ਤਰ੍ਹਾਂ ਸਾਊਂਡ ਵਾਲੇ ਪ੍ਰਾਣਾਯਾਮ ਨੇ, ਮਾਈਂਡ ਵਾਸਤੇ ਬਹੁਤ ਅੱਛੇ ਹੈ। ਉਦਗੀਤ ਹੈ, ਭ੍ਰਾਮਰੀ ਹੈ, ਸਿੰਘ ਕਿਰਿਆ ਹੈ। ਤੋ ਇਹ ਵੰਡਰਫੁਲ। ਯੋਗ ਨੂੰ ਹਮੇਸ਼ਾ ਯਾਦ ਰੱਖਣਾ। ਯੋਗ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਮੌਕਾ ਮਿਲੇ ਯੋਗ ਦਾ ਸਭ ਤੋਂ ਵਧੀਆ ਸਿੱਖਣ ਦਾ ਤਰੀਕਾ ਯੋਗ ਦਾ ਟੀਚਰ। ਵੀਡੀਓ ਦੇਖ ਕੇ ਯੋਗ ਸਿੱਖਣਾ ਬਹੁਤ ਹੀ ਔਖਾ ਹੈ, ਮਤਲਬ ਉਲਝ ਜਾਂਦਾ ਬੰਦਾ। ਅੱਜ ਕੱਲ੍ਹ ਯੋਗ ਟੀਚਰ ਲਗਭਗ ਸਾਰੇ ਛੋਟੇ ਕਸਬਿਆਂ 'ਚ ਵੀ ਹੈਗੇ ਆ। ਤੋ ਉਹਨਾਂ ਯੋਗ ਟੀਚਰ ਨੂੰ ਇੱਕ ਮਹੱਤਤਾ ਦੇਣੀ ਚਾਹੀਦੀ ਹੈ, ਯੋਗ ਟੀਚਰ ਨੂੰ ਇੱਕ ਇੰਪੋਰਟੈਂਸ ਦੇਣੀ ਚਾਹੀਦੀ ਹੈ ਤਾਂ ਕਿ ਉਹ ਸਾਨੂੰ ਸਿਖਾ ਸਕੇ। ਉਹਨੂੰ ਥੋੜ੍ਹੀ ਬਹੁਤੀ ਮੋਨੀਟਰੀ ਇਨਸੈਂਟਿਵ ਵੀ ਜਗ੍ਹਾ ਬਹੁਤ ਸਾਰੇ ਯੋਗ ਟੀਚਰ ਜਿਹੜੇ ਕਿ ਆਰਥਿਕ ਤੌਰ ਤੇ ਬੜੇ ਵੀਕ ਨੇ, ਕਮਜ਼ੋਰ ਨੇ, ਤਾਂ ਸਾਨੂੰ ਥੋੜ੍ਹੀ ਬਹੁਤੀ ਉਹਦੀ ਆਰਥਿਕ ਮਦਦ ਕਰਕੇ ਵੀ ਉਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ। ਤੁਸੀਂ ਕਲਾਸਾਂ ਲਓ। ਤੋ ਹਰ ਸ਼ਹਿਰ ਕਸਬੇ 'ਚ ਕਲਾਸਾਂ ਹੋਣੀਆਂ ਚਾਹੀਦੀਆਂ ਯੋਗਾ ਦੀਆਂ। ਯੋਗਾ ਕਲਾਸ ਇੱਕ ਬਹੁਤ ਬਿਊਟੀਫੁਲ ਸੋਸ਼ਲ ਫਿਨੋਮੀਨਾ ਹੈ ਕਿ ਕਲਾਸ 'ਚ ਇਕੱਠੇ ਬੈਠ ਕੇ ਯੋਗਾ ਕਰੋ। ਉਹ ਇਕੱਠੇ ਬੈਠ ਕੇ ਯੋਗਾ ਜਿੰਨਾ ਵਧੀਆ ਹੁੰਦਾ ਉਹਨਾਂ ਇਕੱਲੇ ਔਖਾ ਹੋ ਜਾਂਦਾ ਤੇ ਘੋਲ ਵੱਜ ਜਾਂਦੀ ਹੈ। ਤੇ ਯੋਗਾ ਜਿਹੜਾ ਉਹ ਗਰੁੱਪ ਯੋਗਾ ਜਿਹੜਾ ਬਹੁਤ ਹੀ ਵਧੀਆ ਹੁੰਦਾ। ਉਸ ਤੋਂ ਬਾਅਦ ਆ ਜਾਂਦੇ ਆਪਾਂ ਹੋਮ ਰੈਮਡੀਜ਼ ਤੇ। ਇਹ ਹੋਮ ਰੈਮਡੀ ਜਿਹੜੀਆਂ ਨੇ ਬਹੁਤ, ਇਹਦੇ ਅੰਦਰ ਬੇਸਿਕਲੀ ਹੋਮ ਰੈਮਡੀ ਦਾ ਪਰਪਸ ਕੀ ਹੈ? ਹੋਮ ਰੈਮਡੀ ਦਾ ਮਤਲਬ ਪਰਪਸ ਜਿਹੜਾ ਹੈਗਾ, ਜਿਹੜੀਆਂ ਲੋਕਲ ਐਪਲੀਕੇਸ਼ਨ ਨੇ ਜਿਹੜਾ ਉਹਦੇ 'ਚ ਹੋਮ ਰੈਮਡੀ ਦੇ ਅੰਦਰ ਜਿਹੜੀਆਂ ਕੁਛ ਖਾਣ ਵਾਲੀਆਂ ਚੀਜ਼ਾਂ ਵੀ ਨੇ। ਖਾਣ ਵਾਲੀ ਚੀਜ਼ਾਂ ਕਿਹੜੀ ਚੀਜ਼ਾਂ ਆਪਾਂ ਖਾ ਸਕਦੇ ਹਾਂ? ਖਾਣ ਵਾਲੀ ਚੀਜ਼ਾਂ 'ਚ ਆਪਾਂ ਨੂੰ ਪਹਿਲਾਂ ਖਾਣ ਵਾਲੀ ਚੀਜ਼ਾਂ ਦੀ ਗੱਲ ਕਰ ਲੈਂਦੇ। ਖਾਣ ਵਾਲੀ ਚੀਜ਼ਾਂ ਦੇ ਅੰਦਰ ਉਹੀ ਚੀਜ਼ਾਂ ਜਿਹੜੀਆਂ ਇਮਿਊਨਿਟੀ ਬੂਸਟਰ ਨੇ। ਫੋਰ ਐਗਜ਼ਾਮਪਲ ਹਲਦੀ ਹੈ, ਆਪਾਂ ਖਾ ਸਕਦੇ ਹਾਂ। ਐਲੋਵੇਰਾ ਖਾ ਸਕਦੇ ਹਾਂ। ਸਿੰਧੀ ਲਸਣ ਖਾ ਸਕਦੇ ਹਾਂ। ਬਹੁਤ ਸਾਰੀ ਜਿਹੜੀਆਂ ਅੱਛਾ ਇਹਦੇ ਅੰਦਰ ਬਹੁਤ ਸਾਰੇ ਜਿਹੜੇ ਨੇ ਸੀਡਸ ਨੇ, ਨਟਸ ਤੇ ਸੀਡਸ ਨੇ। ਐਂਟੀਆਕਸੀਡੈਂਟ ਦਾ ਜਿਹੜਾ ਇੱਕ ਐਂਟੀਆਕਸੀਡੈਂਟ ਨਾਂ ਦੀ ਚੀਜ਼ ਹੁੰਦੀ। ਐਂਟੀਆਕਸੀਡੈਂਟ ਦਾ ਮਤਲਬ ਕਿ ਸਾਡੇ ਸਰੀਰ 'ਚ ਆਕਸੀਡੈਂਟਸ ਬਣਦੇ ਰਹਿੰਦੇ ਆ। ਆਕਸੀਡੈਂਟ ਉਹ ਚੀਜ਼ ਨੇ ਜਿਹੜੇ ਡੈਮੇਜ ਕਰਦੇ ਆ ਬੋਡੀ ਨੂੰ। ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਸਾਡਾ ਸਰੀਰ ਕੰਮ ਕਰਦਾ, ਉਹਦੇ ਅੰਦਰ ਨੇਸੈਂਟ ਆਕਸੀਜਨ ਬਣਦੀ ਹੈ, ਯਾਨੀ ਕਿ ਉਹ ਆਕਸੀਜਨ ਜਿਹੜੀ ਕਿ O2 ਨਹੀਂ ਹੈ, ਉਹ ਹੈ ਇਕੱਲੀ। ਉਹ ਜਾ ਕੇ ਸਾਡੇ ਸੈਲਜ਼ ਨੂੰ ਡੈਮੇਜ ਕਰਦੀ ਹੈ, ਉਹਨੂੰ ਕਹਿੰਦੇ ਆਕਸੀਡੈਂਟਸ।
ਆਕਸੀਡੈਂਟਸ ਸਾਡੇ ਸਰੀਰ 'ਚ ਕੁਦਰਤੀ ਬਣਦੇ ਰਹਿੰਦੇ ਆ, ਜਿਹੜਾ ਜਿਹਦੇ ਹਵਾ ਦੀ ਪੋਲਿਊਸ਼ਨ, ਪਾਣੀ ਦੀ ਪੋਲਿਊਸ਼ਨ ਤੇ ਜ਼ਹਿਰ ਨੇ ਉਹ ਜ਼ਿਆਦਾ ਬਣਾਉਂਦੇ ਆ, ਤੇ ਉਹਨੂੰ ਲੜਨ ਵਾਸਤੇ ਜੋ ਸਰੀਰ ਨੂੰ ਕੰਮ ਕਰਨਾ ਪੈਂਦਾ, ਉਸ ਪ੍ਰਕਿਰਿਆ 'ਚ ਉਹ ਆਕਸੀਡੈਂਟ ਜ਼ਿਆਦਾ ਬਣ ਜਾਂਦੇ ਆ। ਉਹਨਾਂ ਆਕਸੀਡੈਂਟਸ ਨੂੰ ਨਿਊਟਰਲਾਈਜ਼ ਕਰਨ ਲਈ ਸਾਡੇ ਕੋਲ ਕੁਝ ਸਿਸਟਮ ਹੈ। ਉਹ ਨਿਊਟਰਲਾਈਜ਼ ਕਰਨ 'ਚ ਕੁਝ ਚੀਜ਼ਾਂ ਜਿਹੜੀਆਂ ਨੇ ਡਾਈਟ ਦੀਆਂ ਬਹੁਤ ਅੱਛੀਆਂ ਨੇ, ਉਹਨੂੰ ਕਹਿੰਦੇ ਐਂਟੀ ਆਕਸੀਡੈਂਟਸ। ਐਂਟੀ ਆਕਸੀਡੈਂਟ ਜਿਹੜੀ ਆਪਾਂ ਡਾਈਟ ਰਿਕਮੈਂਡ ਕਰਦੇ ਹਾਂ, ਫਲ ਤੇ ਸਲਾਦ, ਇਹ ਵੰਡਰਫੁਲ ਐਂਟੀ ਆਕਸੀਡੈਂਟਸ ਹੈ। ਸਭ ਤੋਂ ਵੰਡਰਫੁਲ ਐਂਟੀ ਆਕਸੀਡੈਂਟਸ ਨੇ ਰॉ ਫੂਡ, ਕੱਚਾ ਖਾਣਾ, ਬਿਨਾਂ ਪੱਕਿਆ ਖਾਣਾ, ਫਰੈਸ਼ ਫਰੂਟਸ ਐਂਡ ਫਰੈਸ਼ ਵੈਜੀਟੇਬਲਸ। ਇਸ ਤੋਂ ਵਧੀਆ ਐਂਟੀ ਆਕਸੀਡੈਂਟ ਕੋਈ ਦੁਨੀਆ 'ਚ ਨਹੀਂ ਹੋ ਸਕਦਾ। ਔਰ ਨੰਬਰ 3 ਦੇ ਨਾਲ ਜੋੜ ਲਈ ਆਪਾਂ ਨਟਸ ਐਂਡ ਸੀਡਸ। ਕੁਛ ਨਟਸ ਜਾਨੀ ਕਿ ਜਿਹਨੂੰ ਡਰਾਈ ਫਰੂਟ ਕਹਿੰਦੇ ਆਪਾਂ, ਜਾਂ ਮੂੰਗਫਲੀ ਹੋ ਗਈ, ਬਦਾਮ ਹੋ ਗਏ, ਅਖਰੋਟ ਹੋ ਗਿਆ, ਇੱਦਾਂ ਦੇ ਹੋਰ ਨਟਸ ਵੀ ਹੈਗੇ ਆ, ਅੱਡ ਕੰਟਰੀ ਦੇ ਆਪਾਂ ਨਟਸ ਨੇ। ਨਟਸ ਸੀਡਸ ਚੋਂ ਬਹੁਤ ਸੀਡਸ ਕੱਚੇ ਖਾਏ ਜਾ ਸਕਦੇ ਆ। ਜਿੱਦਾਂ ਸੀਡਸ ਕਿਹੜੇ ਕੱਚੇ ਖਾ ਸਕਦੇ ਆ? ਅਲਸੀ ਭਿਉਂ ਕੇ ਖਾ ਸਕਦੇ ਹਾਂ, ਅਸੀਂ ਤਿਲ ਭਿਉਂ ਕੇ ਖਾ ਸਕਦੇ ਹਾਂ, ਜਿਹਨੂੰ ਮਗਜ਼ ਕਹਿੰਦੇ ਆਪਾਂ, ਮਗਜ਼। ਪੰਪਕਿਨ ਸੀਡਸ ਅੱਜ ਕੱਲ੍ਹ ਮਾਰਕੀਟ 'ਚ ਅਵੇਲੇਬਲ ਨੇ। ਪੰਪਕਿਨ ਸੀਡਸ ਜਿਵੇਂ ਕਿ ਪੇਠੇ ਦੇ ਬੀਜ ਭਿਉਂ ਕੇ ਖਾ ਸਕਦੇ ਹਾਂ ਆਪਾਂ। ਖਸਖਸ ਭਿਉਂ ਕੇ ਖਾ ਸਕਦੇ ਹਾਂ। ਕਿੰਨੇ ਬੀਜ ਨੇ ਜਿਹੜੇ ਪੁੰਗਰੇ, ਸਪਰਾਊਟਸ, ਪੁੰਗਰਿਆ ਅਨਾਜ, ਪੁੰਗਰੀ ਹੋਈ ਮੂੰਗੀ ਇੰਨੀ ਸਵਾਦ ਲੱਗਦੀ ਹੈ, ਇੰਨੀ ਸਵਾਦ ਬਣਦੀ ਹੈ ਕਿ ਉਹਦੀ ਆਪਾਂ ਸਿਰਫ ਘੋਲ ਕਰ ਜਾਂਦੇ ਹਾਂ ਕਿ ਪੰਗਰਾਉਣ ਦੀ। ਉਹ ਘੋਲ ਵੀ ਏਡੀ ਫਾਲਤੂ ਦੀ ਘੋਲ ਹੈ। ਬੜਾ ਹੀ ਸੌਖਾ ਮੂੰਗੀ ਨੂੰ ਪੰਗਰਾਉਣਾ। ਮੂੰਗੀ ਰਾਤ ਨੂੰ ਭਿਉਂ ਦਿਓ ਥੋੜ੍ਹੀ ਜਿਹੀ, ਜਸਟ ਅੱਧੀ ਕੌਲੀ ਤੋਂ ਵੀ ਘੱਟ। ਉਹਨੂੰ ਧੋਵੋ, ਪਹਿਲਾਂ ਧੋ ਕੇ ਭਿਉਂ ਦਿਓ। ਭਿਉਣ ਤੋਂ ਬਾਅਦ ਸਵੇਰੇ ਉਹਦਾ ਪਾਣੀ ਕੱਢ ਦਿਓ, ਤੇ ਉਹਨੂੰ ਗਿੱਲੇ ਪਾਣੀ ਟੰਗ ਦਿਓ, ਰਸੋਈ 'ਚ ਕਿਸੇ ਕਿੱਲੇ ਦੇ ਨਾਲ ਟੰਗ ਦਿਓ, ਤੇ ਤੁਰਦੇ ਫਿਰਦੇ ਦਿਨ 'ਚ 3-4 ਵਾਰੀ ਉਹਨੂੰ ਛਿੱਟਾ ਦਿੱਤਾ ਪਾਣੀ ਦਾ, ਤੇ ਨਾਲ ਨੂੰ ਹਿਲਾ ਦਿੱਤਾ। ਹਵਾ ਫਿਰ ਜੇ ਪਾਣੀ ਸਿੱਲੀ ਰਹੇ, ਉਹ ਅਗਲੇ ਦਿਨ ਪੁੰਗਰ ਜਾਂਦੀ ਹੈ। ਚਲੋ ਪੁੰਗਰ ਕੇ ਇੰਨੀ ਸਵਾਦ ਹੋ ਜਾਂਦੀ ਹੈ। ਤੁਸੀਂ ਬਸ ਥੋੜ੍ਹੀ ਜਿਹੀ ਖਿਆਲ ਰੱਖਣਾ ਹੁੰਦਾ ਕਿ ਸ਼ੁਰੂ 'ਚ ਜ਼ਿਆਦਾ ਨਾ ਖਾਓ, ਕਿਉਂਕਿ ਪੇਟ ਆਦੀ ਨਹੀਂ ਹੈ ਤੁਹਾਡਾ ਕੱਚਾ ਖਾਣ ਦਾ, ਤੇ ਉਹ ਫਿਰ ਪੇਟ ਦੁਖਣ ਲੱਗ ਜਾਏਗਾ। ਥੋੜ੍ਹੀ ਖਾਓ, ਨਿੰਬੂ ਪਾ ਲਓ, ਪਿਆਜ਼ ਪਾ ਲਓ, ਜੋ ਤੋਂ ਬਹੁਤ ਲੋਕ ਖਾਂਦੇ ਆ, ਬਹੁਤ ਆਪਾਂ ਉਹਦੀ ਛੱਡਦੀ ਹੈ ਇੱਥੇ। ਸਪਰਾਊਟਸ ਸਭ ਤੋਂ ਵਧੀਆ ਸਪਰਾਊਟਸ ਬਣਦੇ ਮੂੰਗੀ ਦੇ, ਨੰਬਰ 2 ਦੇ ਸਪਰਾਊਟਸ ਬਣਦੇ ਮੁੱਠਾਂ ਦੇ, ਨੰਬਰ 3 ਬਣਦੇ ਕਾਲੇ ਛੋਲਿਆਂ ਦੇ। ਇਹ ਤਿੰਨ ਸਪਰਾਊਟਸ ਬਹੁਤ ਜਿਹੜੇ ਨੇ ਸਵਾਦ ਨੇ, ਟੇਸਟੀ ਵੀ ਨੇ। ਲੇਕਿਨ ਛੋਲਿਆਂ ਦੇ ਅਗਲੇ ਇੱਕ ਦਿਨ ਹੋਰ ਛੱਡ ਕੇ ਬਣਨਗੇ। ਛੋਲਿਆਂ ਦੇ ਦੂਸਰੇ ਦਿਨ ਨਹੀਂ ਬਣਦੇ, ਤੀਸਰੇ ਦਿਨ ਬਣਦੇ ਆ, ਜਦੋਂ ਲਗਭਗ ਅੱਧੇ ਇੰਚ ਦਾ, ਜਿਵੇਂ 1 ਸੈਂਟੀਮੀਟਰ ਦੀ ਪੂਛ ਨਿਕਲ ਆਵੇ, ਉਦੋਂ ਉਹਨੂੰ ਪੂਰਾ ਗਿਣਨਾ ਚਾਹੀਦਾ ਵੀ ਇਹ ਪੂਰਾ ਪੁੰਗਰ ਗਿਆ, ਅੱਧੇ ਇੰਚ ਦੀ। ਉਦੋਂ ਨਾਲ ਨਰਮ ਹੋ ਜਾਂਦੇ ਆ ਤੇ ਖਾਏ ਜਾ ਸਕਦੇ ਕੱਚੇ ਬੜੇ ਆਰਾਮ ਨਾਲ। ਛੋਲੇ ਹਜਮ ਕਰਨੇ ਉਸ ਤੋਂ ਵੀ ਜ਼ਿਆਦਾ ਔਖੇ ਆ ਥੋੜ੍ਹੇ ਜਿਹੇ, ਇਸ ਕਰਕੇ ਛੋਲਿਆਂ ਨੂੰ ਬਹੁਤ ਹੀ ਸੰਭਲ ਕੇ ਹੌਲੀ ਆਦਤ ਪਾਉਣੀ ਚਾਹੀਦੀ ਹੈ। ਲੇਕਿਨ ਕਾਲੇ ਛੋਲੇ ਹੈ ਬਹੁਤ ਪਾਵਰਫੁਲ ਨੇ, ਤਾਂ ਥੋੜ੍ਹੀ ਖਾਣੀ ਹੁੰਦੀ ਹੈ, ਇਹ ਬਹੁਤ ਜ਼ਿਆਦਾ ਨਹੀਂ ਖਾਣੇ। ਸਪਰਾਊਟਸ ਕਿੰਨੇ ਖਾਣੇ? ਵੱਧ ਤੋਂ ਵੱਧ 30 ਗ੍ਰਾਮ, 25-30 ਗ੍ਰਾਮ। ਬਹੁਤ ਜ਼ਿਆਦਾ ਕੋਈ ਵਿਰਲਾ ਬੰਦਾ ਹੱਥ ਪਾ ਸਕਦਾ, ਲੇਕਿਨ ਕੁਝ ਲੋੜ ਨਹੀਂ ਹੁੰਦੀ ਇਹਦੀ। 25-30 ਗ੍ਰਾਮ ਵੀ ਖਾ ਲਾਂਗੇ ਆਪਾਂ ਤਾਂ ਵੀ ਬਹੁਤ। ਇਸ ਤਰ੍ਹਾਂ ਇਹ ਜਿਹੜੇ ਨੇ ਐਂਟੀ ਆਕਸੀਡੈਂਟਸ ਨੇ, ਤੇ ਐਂਟੀ ਆਕਸੀਡੈਂਟ ਮਾਰਕੀਟ 'ਚ ਵੀ ਅਵੇਲੇਬਲ ਨੇ ਬਹੁਤ ਸਾਰੇ ਐਂਟੀ ਆਕਸੀਡੈਂਟ। ਫਿਸ਼ ਆਇਲ ਅਵੇਲੇਬਲ ਹੈ, ਕ੍ਰਿਲ ਆਇਲ ਅਵੇਲੇਬਲ ਹੈ, ਤੁਹਾਡੇ ਚੀਆ ਸੀਡਸ ਮਾਰਕੀਟ 'ਚ ਅਵੇਲੇਬਲ ਨੇ। ਚੀਆ ਸੀਡ ਵੀ ਜਿਹੜੇ ਖੁੱਲ੍ਹ ਜਾਂਦੇ ਆ, ਜਿਵੇਂ ਗੂੰਦ ਕਤੀਰਾ ਫੁੱਲਦਾ, ਰਾਤ ਨੂੰ ਚਮਚਾ ਚੀਆ ਸੀਡ ਦਾ ਭਿਉਂ ਕੇ ਰੱਖ ਦੂੰਗੇ, ਤਾਂ ਅਗਲੇ ਦਿਨ ਕੌਲੀ ਭਰੀ ਹੋਈ ਹੈ। ਤਾਂ ਉੱਦਾਂ ਹੀ ਉਹ ਫਿਰ ਚੱਬੜੇ ਨਹੀਂ ਜਾਂਦੇ, ਉਹ ਉੱਦਾਂ ਹੀ ਖਾਏ ਜਾਂਦੇ ਆ। ਉਹਨੂੰ ਤੁਸੀਂ ਦਹੀਂ 'ਚ ਪਾ ਲਓ, ਕਿਸੇ ਚੀਜ਼ 'ਚ ਪਾ ਕੇ ਖਾ ਲਓ, ਜਾਂ ਉੱਦਾਂ ਵੀ ਪੀ ਲਓ, ਉੱਦਾਂ ਪੀਤੇ ਜਾਂਦੇ। ਇਹ ਚੀਆ ਸੀਡ, ਇਹ ਜਿਹੜੇ ਸਾਰੇ ਨੇ ਕੀ ਨੇ, ਇਹ ਐਂਟੀ ਆਕਸੀਡੈਂਟਸ ਨੇ। ਇਸੇ ਤਰ੍ਹਾਂ ਜਿਹੜਾ ਹੈਗਾ, ਜਿਹੜੇ ਕੁਛ ਐਂਟੀ ਆਕਸੀਡੈਂਟ ਜਿਹੜੇ ਖਾਏ ਜਾ ਸਕਦੇ ਆ, ਉਹਦੇ 'ਚ ਆਪਾਂ ਗਿਣ ਲਈ ਕਿ ਹਲਦੀ ਖਾਈ ਜਾ ਸਕਦੀ ਹੈ, ਲਸਣ ਹੈ, ਤੁਹਾਡੇ ਤੁਲਸੀ ਵਰਗੀਆਂ ਚੀਜ਼ਾਂ ਨੇ, ਜਿਹੜੇ ਇਹਨਾਂ ਦੇ ਕਾੜੇ ਨੇ ਕੁਛ, ਜਿਹੜੇ ਉਹ ਐਂਟੀ ਆਕਸੀਡੈਂਟ ਦਾ ਰੋਲ ਵਧੀਆ ਪਲੇ ਕਰਦੇ ਆ। ਇੱਕ ਐਂਟੀ ਆਕਸੀਡੈਂਟ ਤੇ ਇੱਕ ਡੀਟੌਕਸੀਫਿਕੇਸ਼ਨ ਯਾਦ ਰੱਖਣੀ ਹੈ। ਬੋਡੀ ਨੂੰ ਡੀਟੌਕਸੀਫਾਈ ਕਰਨਾ, ਕਿਉਂਕਿ ਸਾਡੇ ਸਰੀਰ 'ਚ ਜ਼ਹਿਰ ਇਕੱਠੇ ਹੁੰਦੇ ਰਹਿੰਦੇ ਆ। ਜਦੋਂ ਜ਼ਹਿਰ ਇਕੱਠੇ ਹੋਣ ਤੋਂ ਬਾਅਦ ਫਿਰ ਉਹ ਨੁਕਸਾਨ ਕਰਦੇ ਆ। ਜ਼ਹਿਰ ਕਦੀ ਵੀ ਇੱਕ ਦਿਨ ਦਾ ਨੁਕਸਾਨ ਨਹੀਂ ਕਰਦਾ। ਕੋਈ ਇਹੋ ਜਿਹਾ ਆਲੇ ਦੁਆਲੇ ਜ਼ਹਿਰ ਨਹੀਂ ਜਿਹੜਾ ਤੁਹਾਨੂੰ ਇੱਕ ਦਿਨ ਦਾ ਜ਼ਹਿਰ ਮਾਰ ਦੇਗਾ। ਕੋਈ ਫੈਕਟਰੀ ਜੋ ਲੀਕ ਹੋ ਜਾਏ ਵੱਖਰੀ ਗੱਲ ਹੈ, ਲੇਕਿਨ ਹਵਾ ਦੇ ਅੰਦਰ, ਵਾਤਾਵਰਨ ਦੇ ਅੰਦਰ ਇਹੋ ਜਿਹਾ ਕੋਈ ਜ਼ਹਿਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਇੱਕ ਦਿਨ 'ਚ ਮਾਰੇਗਾ। ਕਦੋਂ ਮਾਰੇਗਾ? ਜਦੋਂ ਤੁਹਾਡੇ ਅੰਦਰ ਇਕੱਠਾ ਹੋ ਜਾਏਗਾ। ਅੱਜ ਖਾਧਾ, ਪੂਰਾ ਕੱਢ ਨਹੀਂ ਸਕੀ ਬਾਡੀ, ਉਹ ਥੋੜਾ ਇਕੱਠਾ ਹੋ ਗਿਆ, ਅਗਲੇ ਦਿਨ ਹੋਰ ਇਕੱਠਾ ਹੋ ਗਿਆ, ਅਗਲੇ ਦਿਨ ਹੋਰ ਇਕੱਠਾ ਹੋ ਗਿਆ, ਅਗਲੇ ਦਿਨ ਉਹ ਫਿਰ ਪਹਾੜ ਬਣ ਜਾਂਦਾ। ਇਹਦੇ 'ਚ ਜ਼ਹਿਰਾਂ ਦੇ ਮਾਮਲੇ 'ਚ ਦੋ ਚੀਜ਼ਾਂ ਯਾਦ ਰੱਖਣੀਆਂ ਨੇ। ਇੱਕ ਨੂੰ ਕਹਿੰਦੇ ਬਾਇਓ ਮੈਗਨੀਫਿਕੇਸ਼ਨ ਤੇ ਬਾਇਓ ਅਕੂਮੂਲੇਸ਼ਨ। ਤੇ ਬਾਇਓ ਮੈਗਨੀਫਿਕੇਸ਼ਨ, ਯਾਨੀ ਬਾਇਓ ਦਾ ਮਤਲਬ ਲਾਈਫ, ਅਕੂਮੂਲੇਸ਼ਨ ਦਾ ਮਤਲਬ ਇਕੱਠਾ ਹੋ ਗਿਆ, ਮੈਗਨੀਫਾਈ ਦਾ ਮਤਲਬ ਹੋਰ ਵੱਡਾ ਹੋ ਗਿਆ। ਬਾਇਓ ਅਕੂਮੂਲੇਸ਼ਨ ਹੁੰਦੀ ਕਿ ਕੋਈ ਜ਼ਹਿਰ ਜਦੋਂ ਕੋਈ ਜੀਵ ਖਾਂਦਾ ਹੈ ਤਾਂ ਉਹਦਾ ਸਰੀਰ ਪੂਰਾ ਨਹੀਂ ਕੱਢ ਪਾਉਂਦਾ, ਤਾਂ ਉਹਦੇ ਅੰਦਰ ਇਕੱਠਾ ਹੋ ਜਾਂਦਾ, ਉਹਨੂੰ ਕਹਿੰਦੇ ਬਾਇਓ ਅਕੂਮੂਲੇਸ਼ਨ। ਯਾਨੀ ਕਿ ਜ਼ਹਿਰ ਦਾ
ਤੇ ਇੱਕ ਸਰੀਰ 'ਚ ਇਕੱਠੇ ਹੋ ਜਾਣਾ, ਉਹਨੂੰ ਕਹਿੰਦੇ ਬਾਇਓ ਅਕਮੂਲੇਸ਼ਨ। ਮੈਗਨੀਫਿਕੇਸ਼ਨ ਹੁੰਦੀ ਹੈ ਜਦੋਂ ਅਸੀਂ ਐਨੀਮਲ ਫੂਡ ਖਾਂਦੇ ਹਾਂ ਕੋਈ, ਤਾਂ ਆਲਰੇਡੀ ਅਕਮੂਲੇਟਡ ਆ ਉਸ ਐਨੀਮਲ 'ਚ। ਮੰਨ ਲਓ ਇੱਕ ਕੀੜੇ ਨੇ ਆਪਣਾ 10 ਗ੍ਰਾਮ ਭਾਰ ਬਣਾਉਣ ਲਈ ਉਹਨੂੰ 100 ਗ੍ਰਾਮ ਪੱਤੇ ਖਾਣੇ ਪੈਂਦੇ ਆ। ਉਹ 100 ਗ੍ਰਾਮ ਪੱਤਿਆਂ ਦਾ ਜਿੰਨਾ ਜ਼ਹਿਰ ਛਿੜਕਿਆ ਹੋਇਆ ਉਹ 10 ਗ੍ਰਾਮ 'ਚ ਇਕੱਠਾ ਹੋ ਜਾਏਗਾ, ਯਾਨੀ ਕਿ 10 ਗੁਣਾ ਅਕਮੂਲੇਟ ਹੋ ਗਿਆ ਉਹ। ਹੁਣ 10 ਗੁਣਾ ਅਕਮੂਲੇਟ ਹੋ ਕੇ ਕੋਈ ਵੱਡਾ ਜੀਵ ਖਾ ਜਾਂਦਾ, ਕੋਈ ਡੱਡੂ ਖਾ ਗਿਆ ਮੱਛੀ, ਤਾਂ ਉਹ 10 ਹੋਰ 10 ਗੁਣਾ ਹੋ ਗਿਆ 100, ਉਹਨੂੰ ਕਹਿੰਦੇ ਮੈਗਨੀਫਿਕੇਸ਼ਨ। ਤਾਂ ਦੋ ਟਰਮਾਂ ਨੇ, ਬਾਇਓ ਅਕਮੂਲੇਸ਼ਨ ਤੇ ਬਾਇਓ ਮੈਗਨੀਫਿਕੇਸ਼ਨ। ਬਾਇਓ ਅਕਮੂਲੇਸ਼ਨ ਇੱਕ ਜੀਵ 'ਚ ਹੁੰਦਾ, ਬਾਇਓ ਮੈਗਨੀਫਿਕੇਸ਼ਨ ਮਲਟੀਪਲ ਜੀਵਾਂ 'ਚ ਹੁੰਦਾ। ਜਦੋਂ ਫੂਡ ਚੇਨ 'ਚ ਅਸੀਂ ਖਾਂਦੇ ਹਾਂ ਵੀ ਇੱਕ ਜੀਵ ਨੂੰ ਦੂਜੇ ਨੇ ਖਾਇਆ, ਦੂਜੇ ਨੂੰ ਤੀਜੇ ਨੇ ਖਾਇਆ, ਤੀਜੇ ਨੇ ਚੌਥੇ ਨੇ ਖਾਇਆ, ਇਸੇ ਕਰਕੇ ਗਿੱਧਾ ਸਭ ਤੋਂ ਪਹਿਲਾਂ ਮਰੀਆਂ, ਉਹ ਹੁੰਦੀ ਬਾਇਓ ਮੈਗਨੀਫਿਕੇਸ਼ਨ, ਕਿਉਂਕਿ ਉਹ ਲਾਸਟ ਤੇ ਫੂਡ ਚੇਨ 'ਚ ਲਾਸਟ ਤੇ ਉਹਨੇ ਸ਼ੇਰ ਨੂੰ ਵੀ ਖਾਂਦੀ ਹੈ, ਸ਼ੇਰ ਮੀਟ ਖਾਂਦਾ, ਸ਼ੇਰ ਨੂੰ ਵੀ ਉਹ ਖਾਂਦੀ ਹੈ। ਇਹ ਹੈ ਬਾਇਓ। ਤਾਂ ਇਹ ਗੱਲ ਵੀ ਯਾਦ ਰੱਖਣੀ ਕਿ ਡੀਟੌਕਸੀਫਿਕੇਸ਼ਨ, ਇਹ ਜਿਹੜੇ ਫੂਡ ਡੀਟੌਕਸੀਫਾਈ ਕਰਦੇ ਆ, ਜਿਹੜੇ ਫੂਡ ਐਂਟੀਆਕਸੀਡੈਂਟਸ ਨੇ, ਦੋ ਟਰਮਾਂ ਜਿਹੜੀਆਂ ਨੇ ਹੋਲਿਸਟਿਕ ਹੈਲਥ ਦੇ ਅੰਦਰ ਬਹੁਤ ਆਮ ਭਾਸ਼ਾ 'ਚ ਲੈ ਕੇ ਆਉਣੀ ਚਾਹੀਦੀਆਂ ਨੇ। ਕਿ ਮੈਂ ਆਪਣੀ ਬਾਡੀ ਨੂੰ ਡੀਟੌਕਸੀਫਾਈ ਕਰਨਾ ਤੇ ਮੈਂ ਆਪਣੀ ਬਾਡੀ ਨੂੰ ਐਂਟੀਆਕਸੀਡੈਂਟਸ ਦੇਣੇ ਆ। ਥੋੜ੍ਹਾ ਜਿਹਾ ਅੱਜ ਕੱਲ੍ਹ ਜਿਹੜੀ ਫੈਸ਼ਨਦਾਰ ਭਾਸ਼ਾ ਹੈ, ਇਹ ਸੁਣ ਕੇ ਯਾਰ ਦੂਜਾ ਬੰਦਾ ਵੀ ਇੰਪਰੈਸ ਹੁੰਦਾ ਵੀ ਹਾਂ ਬੰਦਾ ਬੜਾ ਪੜ੍ਹਿਆ ਲਿਖਿਆ। ਗੱਲਾਂ ਉਹੀ ਨੇ, ਖਾਣੀਆਂ ਸਬਜ਼ੀਆਂ ਤੇ ਫਲ ਹੀ ਨੇ, ਲੇਕਿਨ ਉਹਨੂੰ ਆਪਾਂ ਕਹਾਂਗੇ ਡੀਟੌਕਸੀਫਾਈ ਕਰਨਾ ਮੈਂ ਆਪਣੀ ਬਾਡੀ ਨੂੰ। ਕੀ ਕਰਨਾ? ਜੂਸ ਪੀਣੇ, ਵੈਜੀਟੇਬਲ ਜੂਸਿਸ। ਵੈਜੀਟੇਬਲ ਜੂਸਿਸ ਡੀਟੌਕਸੀਫਾਈ ਕਰਨ ਲਈ ਬਹੁਤ ਵਧੀਆ ਨੇ। ਤੇ ਕਾੜੇ, ਤਾਜ਼ਾ ਸਬਜ਼ੀਆਂ ਦੇ ਫਲਾਂ ਦੇ ਨਾਲ ਵੈਜੀਟੇਬਲ ਜੂਸਿਸ ਤੇ ਕਾੜੇ। ਵੈਜੀਟੇਬਲ ਜੂਸਿਸ ਅੰਦਰ ਕਿਹੜੇ ਜੂਸ ਨੇ? ਘੀਆ ਦਾ ਜੂਸ ਹੈ, ਖੀਰੇ ਦਾ ਜੂਸ ਹੈ, ਤੁਹਾਡਾ ਪੇਠਾ, ਮਿਠਾਈ ਵਾਲੇ ਪੇਠੇ ਦਾ ਜੂਸ ਹੈ, ਬਹੁਤ ਸਵਾਦ ਨੇ ਤਿੰਨੋਂ ਹੀ। ਖੀਰੇ ਦਾ ਤੇ ਪੇਠੇ ਦਾ ਤਾਂ ਬਿਲਕੁਲ ਹੀ ਬੜੇ ਆਰਾਮ ਨਾਲ ਬੱਚੇ ਵੀ ਪੀ ਸਕਦੇ ਆ। ਫਿਰ ਥੋੜਾ ਕੋਈ ਗ੍ਰੀਨ ਜੂਸ, ਐਨੀ ਗ੍ਰੀਨ ਜੂਸ, ਇਹ ਪੱਤਿਆਂ ਦਾ, ਕੋਈ ਪਾਲਕ ਦਾ ਕੱਢ ਲਓ, ਧਨੀਆ ਦਾ ਕੱਢ ਲਓ, ਵੀਟ ਗਰਾਸ ਦਾ ਕੱਢ ਲਓ। ਇਹ ਸਾਰੇ ਕੀ ਨੇ? ਦੇਰ ਵੰਡਰਫੁਲ ਡੀਟੌਕਸੀਫਾਇਰਸ। ਇਹ ਸਰੀਰ ਚੋਂ ਜ਼ਹਿਰਾਂ ਨੂੰ ਬਾਹਰ ਕੱਢਦੇ ਆ। ਤਾਂ ਅਸੀਂ ਸਵੇਰੇ ਉੱਠਣ ਸਾਰ ਪੀਂਦੇ ਇਹਨੂੰ, ਕਿਉਂਕਿ ਸਰੀਰ ਰਾਤ ਨੂੰ ਇਹ ਜਿਹੜਾ ਡੀਟੌਕਸੀਫਾਈ ਕਰਨ ਦਾ ਕੰਮ ਜਿਹੜਾ ਰਾਤ ਨੂੰ ਕਰਦਾ। ਤਾਂ ਸਵੇਰੇ ਜਦੋਂ ਜੇ ਕਰ ਰਿਹਾ ਹੁੰਦਾ ਸਾਡਾ ਸਰੀਰ ਕੰਮ, ਤਾਂ ਅਸੀਂ ਉਹਨੂੰ ਹੋਰ ਸਪੋਰਟ ਕਰਦੇ ਵੀ ਕੱਢ ਦੇ ਸਾਰਾ ਕੁਛ। ਤਾਂ ਗ੍ਰੀਨ ਜੂਸ ਅਸੀਂ ਸਵੇਰੇ ਸਵੇਰੇ ਪੀਣੇ, ਤੜਕੇ ਉੱਠ ਕੇ ਗ੍ਰੀਨ ਜੂਸ ਤੇ ਕਾੜਾ ਸਵੇਰੇ ਉੱਠਣ ਸਾਰ ਦਿੰਦੇ ਹਾਂ ਪਹਿਲਾਂ ਹੀ, ਤਾਂ ਕਿ ਉਹ ਜਿਹੜਾ ਸਰੀਰ ਦੇ ਅੰਦਰ ਡੀਟੌਕਸੀਫਿਕੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੋਰ ਮਿਲੇ, ਤਾਂ ਕਿ ਮੇਰੇ ਸਰੀਰ ਜਿਹੜੇ ਜ਼ਹਿਰ ਇਕੱਠੇ ਹੋ ਨਿਕਲ ਜਾਣ। ਤਾਂ ਇਹ ਖਾਣ ਵਾਲੀ ਕੁਝ ਚੀਜ਼ਾਂ ਹੋਈਆਂ ਜਿਹੜੀਆਂ ਆਪਾਂ ਨੇ ਸੋਰੀਅਸਿਸ ਨੂੰ ਠੀਕ ਕਰਨ ਲਈ, ਜਾਂ ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਲਈ, ਜਾਂ ਆਪਣੇ ਇਮਿਊਨ ਸਿਸਟਮ ਨੂੰ ਠੀਕ ਕਰਨ ਲਈ, ਜਾਂ ਆਪਣੇ ਸਰੀਰ ਨੂੰ ਤੰਦਰੁਸਤ ਕਰਨ ਲਈ ਕਰਨਾ। ਉਸ ਤੋਂ ਬਾਅਦ ਆਪਾਂ ਆ ਜਾਂਦੇ ਲਾਸਟ ਤੇ ਲੋਕਲ ਐਪਲੀਕੇਸ਼ਨਸ, ਕਿ ਸੋਰੀਅਸਿਸ ਦੇ ਅੰਦਰ ਲੋਕਲ ਆਪਾਂ ਕੀ ਲਾ ਸਕਦੇ ਹਾਂ। ਕਿਉਂਕਿ ਆਪਾਂ ਐਲੋਪੈਥੀ ਦਵਾਈਆਂ ਕੋਸ਼ਿਸ਼ ਕਰਨੀ ਹੈ ਨਾ ਵਰਤੀਆਂ। ਹਾਲਾਂਕਿ ਐਲੋਪੈਥੀ ਉਹਦੇ 'ਚ ਵੀ ਹੈਗੀਆਂ ਦਵਾਈਆਂ, ਆਯੁਰਵੇਦ 'ਚ ਵੀ ਹੈਗੀਆਂ ਨੇ। ਜਿੱਦਾਂ ਆਪਾਂ ਪਿੱਛੇ ਜੇ ਪਾਇਆ ਸੀਗਾ ਉਹ ਰਾਈਟ ਸੋਇਲ ਤੇ ਸੋਰਾਲਿਨ ਕੈਪਸੂਲ, ਉਹਦੀ ਆਪਾਂ ਗੱਲ ਬਹੁਤ ਹੀ ਨਹੀਂ ਕਰਾਂਗੇ, ਕਿਉਂਕਿ ਉਹ ਪੇਸ਼ੈਂਟ ਦੇ ਹਿਸਾਬ ਨਾਲ ਹੈ ਕਿ ਪੇਸ਼ੈਂਟ ਨੂੰ ਲੋੜ ਵੀ ਹੈ ਉਹਦੀ ਕਿ ਨਹੀਂ ਲੋੜ। ਜੇ ਆਪਾਂ ਉਹਨੂੰ ਆਮ ਭਾਸ਼ਾ 'ਚ ਲੈ ਕੇ ਆਵਾਂਗੇ ਤਾਂ ਹਰ ਬੰਦਾ ਵਰਤਣਾ ਸ਼ੁਰੂ ਕਰ ਦੇ, ਉਹਦੀ ਜ਼ਰੂਰਤ ਨਹੀਂ ਹੈ, ਕੋਈ ਸ਼ੁਰੂ 'ਚ ਜ਼ਰੂਰਤ ਨਹੀਂ ਹੈ, ਉਹਦੀ ਸਿਰਫ ਮਦਦ ਲਈ ਜਾ ਸਕਦੀ ਹੈ। ਲੇਕਿਨ ਜਿਹੜੇ ਜਨਰਲ ਮੈਜਰ ਨੇ ਉਹ ਹੋਮ ਰੈਮਡੀ ਦੇ ਲੈਵਲ ਤੇ ਕਈ ਜ਼ਿਆਦਾ ਆਪਾਂ ਫੋਲੋ ਕਰਨੇ ਚਾਹੀਦੇ ਆ। ਉਹਦੇ ਅੰਦਰ ਕੁਛ ਚੀਜ਼ਾਂ ਜਿਹਨੂੰ ਆਪਾਂ ਉਹਦੀਆਂ ਸਕੇਲਸ ਬਣ ਗਈਆਂ ਉੱਤੇ, ਉਹ ਜਿਹੜੀ ਚਮੜੀ ਜੀ ਉਤਰ ਰਹੀ ਹੈ। ਇੱਕ ਦੀ ਹੁੰਦਾ ਕਿ ਜਿਹੜੇ ਉਹ ਜਦੋਂ ਅੰਦਰ ਸੋਜਿਸ਼ ਆਉਂਦੀ ਹੈ ਥੱਲੇ ਚਮੜੀ 'ਚ, ਜਿਹੜੇ ਚਮੜੀ ਦੇ ਸੈੱਲ ਨੇ, ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਚਮੜੀ ਦੇ ਸੈੱਲ ਜਿਹੜੇ ਨੇ ਲਗਾਤਾਰ ਮਰਦੇ ਰਹਿੰਦੇ ਆ ਤੇ ਉਤਰਦੇ ਰਹਿੰਦੇ ਆ ਤੇ ਮਲਟੀਪਲਾਈ ਕਰਦੇ ਰਹਿੰਦੇ, ਨਵੇਂ ਥੱਲੇ ਆਉਂਦੇ ਰਹਿੰਦੇ ਆ, ਪੁਰਾਣੇ ਝੜਦੇ ਰਹਿੰਦੇ ਆ, ਨਵੇਂ ਆਉਂਦੇ ਰਹਿੰਦੇ ਆ, ਪੁਰਾਣੇ ਝੜਦੇ ਰਹਿੰਦੇ ਆ। ਉਹੀ ਪ੍ਰਕਿਰਿਆ ਵੱਡੀ ਹੋ ਗਈ, ਇਹਦੇ 'ਚ ਵੀ ਝੜ ਰਹੇ ਆ, ਇਹਦੇ 'ਚ ਮਰ ਕੇ ਮਰੀ ਸਕਿਨ ਝੜ ਰਹੀ ਲਗਾਤਾਰ, ਲੇਕਿਨ ਉਹ ਝੜ ਰਹੀ ਸੱਪ ਦੇ ਗੁੰਝਾਂ ਜ਼ਿਆਦਾ ਝੜ ਰਹੀ ਲੋੜ ਤੋਂ, ਇਹਨੇ 10 ਗੁਣਾ ਜ਼ਿਆਦਾ ਹੋ ਜਾਂਦੇ ਆ। ਸੋਰੀਅਸਿਸ 'ਚ ਸਾਇੰਟਿਸਟਾਂ ਨੇ ਕੈਲਕੂਲੇਟ ਕੀਤਾ ਕਿ ਜਿਹੜੀ ਸਕਿਨ ਦੀ ਮਲਟੀਪਲੀਕੇਸ਼ਨ ਹੈ, ਸਕਿਨ ਦੀ ਮਰਨ ਦੀ ਪ੍ਰਕਿਰਿਆ ਤੇ ਨਵੀਂ ਬਣਨ ਦੀ ਪ੍ਰਕਿਰਿਆ, ਉਹ ਆਮ ਨਾਲੋਂ 10 ਗੁਣਾ ਜ਼ਿਆਦਾ ਹੋ ਜਾਂਦੀ ਹੈ। ਜਿੱਦਾਂ ਕੈਂਸਰ ਵਰਗੇ, ਕੈਂਸਰ ਵਿੱਚ ਤਾਂ ਇਹੀ ਹੁੰਦਾ ਨਾ, ਕੈਂਸਰ ਵੀ ਸੈੱਲ ਬਹੁਤ ਤੇਜ਼ੀ ਨਾਲ ਮਲਟੀਪਲਾਈ ਕਰਨ ਲੱਗ ਜਾਂਦੇ ਆ। ਇਹਦੇ 'ਚ ਵੀ ਇੱਦਾਂ ਹੀ ਹੋ ਜਾਂਦਾ। ਕੈਂਸਰ ਨਹੀਂ ਹਾਲਾਂਕਿ, ਲੇਕਿਨ ਕਿਉਂਕਿ ਮਾਰੂ ਨਹੀਂ ਹੈ, ਇਹਨੂੰ ਕੈਂਸਰ ਨਹੀਂ ਕਹਿੰਦੇ ਆਪਾਂ, ਲੇਕਿਨ ਵਰਤਾਰਾ ਹੋ ਜਾਈਏ ਕਿ ਜਦੋਂ ਜਿਸ ਬੰਦੇ ਨੂੰ ਸੋਰੀਅਸਿਸ ਹੈਗਾ ਤਾਂ ਉਹਦੀ ਸਕਿਨ ਦੇ ਜਿਹੜੀ ਝੜਨ ਦੀ ਪ੍ਰਕਿਰਿਆ 10 ਗੁਣਾ ਵੱਧ ਜਾਏਗੀ। ਤਾਂ ਉਹ ਉਸ ਪ੍ਰਕਿਰਿਆ ਨੂੰ ਅਸੀਂ ਕਿਵੇਂ ਲੋਕਲ ਐਪਲੀਕੇਸ਼ਨ ਦੇ ਨਾਲ ਠੱਲ ਪਾਉਣੀ ਹੈ, ਉਹ ਐਪਲੀਕੇਸ਼ਨ ਉਹਦੇ 'ਚ ਹੈਗੀਆਂ ਨੇ। ਇੱਕ ਤਾਂ ਬਹੁਤ ਉੱਤਮ ਹੈ ਇਹਦੇ ਲਈ ਕੇਲੇ ਦਾ ਛਿਲਕਾ। ਕੇਲੇ ਦੇ ਛਿਲਕੇ ਨੂੰ ਜਦੋਂ ਆਪਾਂ ਖਾ ਲਿਆ, ਕੇਲਾ ਖਾ ਲਿਆ, ਤਾਂ ਕੇਲੇ ਦਾ ਅੰਦਰਲਾ ਪਾਸਾ ਜਿਹੜਾ ਪਹਿਲਾਂ ਕੇਲਾ ਧੋ ਲਓ ਤਾਂ ਕਿ ਮਿੱਟੀ ਨਾ ਲੱਗੀ ਹੋਵੇ ਉੱਤੇ। ਕੇਲਾ ਧੋ ਲਿਆ, ਕੇਲਾ ਖਾ ਲਿਆ, ਉਸ ਤੋਂ ਬਾਅਦ ਕੇਲੇ ਦਾ ਅੰਦਰਲਾ ਹਿੱਸਾ ਉਹਨੂੰ ਉਹਦੇ ਉੱਪਰ ਘਸਾ ਲਓ, ਚਮੜੀ ਦੇ ਉੱਪਰ ਸਿੱਧਾ ਹੀ। ਬਹੁਤ ਵੰਡਰਫੁਲ ਸਕਿਨ ਟੌਨਿਕ ਆ ਉਹ। ਵੈਸੇ ਕਿਸੇ ਵੀ ਬਿਮਾਰੀ 'ਚ ਸਕਿਨ ਦੀ ਕਰ ਸਕਦੇ ਆਪਾਂ, ਕਿਸੇ ਵੀ ਬਿਮਾਰੀ 'ਚ ਕੇਲੇ ਦਾ ਛਿਲਕਾ ਚਮੜੀ ਦੇ ਉੱਪਰ ਘਸਾਉਣਾ ਬਹੁਤ ਹੀ ਵੰਡਰਫੁਲ ਟੌਨਿਕ ਹੈ। ਵੈਸੇ ਬਹੁਤ ਸਾਰੇ ਫਲਾਂ ਦਾ ਹੋ ਸਕਦਾ, ਲੇਕਿਨ ਕੇਲੇ ਦਾ ਛਿਲਕੇ ਦੇ ਅੰਦਰ ਤਾਂ ਕਾਫੀ ਉਹਦੇ ਹੁੰਦਾ ਰਸ ਜਿਹਾ, ਕਾਫੀ ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ ਮਲਿਆ ਕਾਫੀ ਜ਼ਿਆਦਾ ਸਕਿਨ ਦੇ ਉੱਪਰ ਆ ਜਾਏਗਾ। ਬਾਕੀ ਜਿਹੜੇ ਪਲਾਂਟ ਜੂਸਿਸ ਨੇ ਜਾਂ
ਬਾਕੀ ਫਲਾਂ ਦੇ ਛਿਲਕੇ ਨੇ ਉਹ ਵੀ ਇਫੈਕਟਿਵ ਇਦਾਂ ਹੀ ਹੁੰਦੇ ਆ, ਲੇਕਿਨ ਕੇਲੇ ਦਾ ਛਿਲਕਾ ਖਾਸ ਤੌਰ ਤੇ ਬਹੁਤ ਹੀ ਇਫੈਕਟਿਵ ਹੈ। ਸੋ ਕੇਲੇ ਦੇ ਛਿਲਕੇ ਨੂੰ ਇਦਾਂ ਵਰਤਣਾ ਕਿ ਉਹਨੂੰ ਜਦੋਂ ਖਾ ਲਿਆ ਕੇਲਾ ਤਾਂ ਉਹਨੂੰ ਚਮੜੀ ਦੇ ਉੱਪਰ ਜਿੱਥੇ ਜਿੱਥੇ ਹੈਗਾ ਉੱਥੇ ਹੌਲੀ 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 ਉਹਨੂੰ ਰਬਿੰਗ ਕਰਨੀ। ਉਹਦੇ ਨਾਲ ਕੀ ਹੋਏਗਾ ਕਿ ਉਹਦੀ ਹੌਲੀ ਹੌਲੀ ਸਕਿਨ ਜਿਹੜੀ ਉੱਥੋਂ ਹੀਲ ਹੋਣੀ ਸ਼ੁਰੂ ਹੋ ਜਾਏਗੀ, ਔਰ ਜਿਹੜੇ ਉਹ ਸਕੇਲਸ ਉਤਰਨੀਆਂ ਹੌਲੀ ਹੌਲੀ ਘੱਟ ਜਾਣਗੀਆਂ। ਇਸੇ ਤਰ੍ਹਾਂ ਐਲੋਵੇਰਾ ਨਾਲ ਕਰ ਸਕਦੇ ਹਾਂ। ਕੋਰਗੰਦਲ ਦਾ ਵੀ ਇੱਦਾਂ ਹੀ ਜੇ ਤਾਂ ਕੱਢ ਕੇ ਲਾਉਣਾ ਤਾਂ ਰੂਰਾਂ ਨਾਲ ਲਾਉਣਾ ਪਊਗਾ, ਲੇਕਿਨ ਕੱਢਣ ਦੀ ਵੀ ਲੋੜ ਨਹੀਂ ਹੈ। ਉਹਦਾ ਆਪਾਂ ਜਦੋਂ ਉਹਨੂੰ ਛੋਟਾ ਟੁਕੜਾ ਕੱਟ ਲਿਆ, ਧੋ ਲਿਆ, ਕਿਨਾਰੀ ਲਾਈ, ਇੱਕ ਸਿਰ ਤੋਂ ਛਿਲਕਾ ਲਾਤਾ ਤੇ ਉਹਨੂੰ ਜਾਂ ਦੋ ਫੜ ਕਰ ਲਿਆ, ਉਹਨੂੰ ਉੱਪਰ ਚਮੜੀ ਤੇ ਮਲ ਲਿਆ, ਉਹ ਵੀ ਵੰਡਰਫੁਲ ਰਿਜ਼ਲਟਸ ਆਉਣਗੇ। ਸੋ ਜਿਹੜੀਆਂ ਦੋ ਚੀਜ਼ਾਂ ਸਿੱਧੀਆਂ ਯੂਜ਼ ਹੋ ਸਕਦੀਆਂ ਨੇ, ਐਲੋਵੇਰਾ ਤੇ ਕੇਲਾ, ਇਹਨਾਂ ਨੂੰ ਉਹਦੇ ਉੱਪਰ ਕਰਨ ਲਈ। ਉਸ ਤੋਂ ਬਾਅਦ ਆ ਗਏ ਤੁਹਾਡੇ ਸਿਰਕਾ, ਐਪਲ ਸਾਈਡਰ ਵਿਨੇਗਰ। ਖਾਸ ਕਰਕੇ ਐਪਲ ਸਾਈਡਰ ਵਿਨੇਗਰ ਦਾ ਸਟੇਟਸ ਬਹੁਤ ਬਣ ਗਿਆ ਹੋਇਆ। ਮੈਨੂੰ ਤਾਂ ਲੱਗਦਾ ਕਿ ਬਾਕੀ ਸਿਰਕੇ ਵੀ ਇਫੈਕਟਿਵ ਹੋਣਗੇ, ਐਸੀ ਗੱਲ ਨਹੀਂ। ਜੇ ਜਾਮਣ ਦਾ ਸਿਰਕਾ ਬਣਾਵਾਂਗੇ ਜਾਂ ਜਾਮਣ ਦਾ ਸਿਰਕਾ ਬਹੁਤ ਅੱਛਾ ਬਣ ਜਾਂਦਾ, ਜਾਂ ਕਿੱਕਰ ਦੇ ਤੁੱਕਿਆਂ ਦਾ ਸਿਰਕਾ ਬਣਾਇਆ ਇਹਨਾਂ ਉੱਥੇ ਸਾਡੇ ਦੋਸਤ ਨੇ ਜਿਹੜੇ ਆ ਪਟਿਆਲੇ ਵਾਲੇ, ਇਹਨਾਂ ਨੇ ਬਹੁਤ ਸਾਰੇ ਸਿਰਕੇ ਬਣਾਏ ਜਿਹੜੇ ਮੈਡੀਕੇਟਡ ਸਿਰਕੇ ਨੇ। ਬਾਕੀ ਮੈਡੀਕੇਟਡ ਸਿਰਕੇ ਵੀ ਇਫੈਕਟਿਵ ਹੋਣਗੇ, ਲੇਕਿਨ ਐਪਲ ਸਾਈਡਰ ਵਿਨੇਗਰ ਦਾ ਕੋਈ ਇੰਟਰਨੈਸ਼ਨਲ ਹੈ, ਇਹ ਇੰਟਰਨੈਸ਼ਨਲ ਲੈਵਲ ਦੇ ਸਟੇਟਸ ਬਣਿਆ ਹੋਇਆ। ਜਦੋਂ ਗੱਲ ਸਿਰਕੇ ਦੀ ਗੱਲ ਹੁੰਦੀ ਤਾਂ ਐਪਲ ਸਾਈਡਰ ਵਿਨੇਗਰ ਦੀ ਗੱਲ ਹੁੰਦੀ ਹੈ ਆਮ ਤੌਰ ਤੇ, ਔਰ ਅਵੇਲੇਬਲ ਹੈਗਾ ਹੁਣ, ਅਵੇਲੇਬਲ ਹੈਗਾ। ਜਦੋਂ ਵੀ ਕੋਈ ਸਿਰਕਾ ਖਰੀਦਣਾ ਹੋਵੇ ਤਾਂ ਕੋਸ਼ਿਸ਼ ਕਰੋ ਸ਼ੀਸ਼ੇ ਦੀ ਬੋਤਲ ਵਾਲਾ ਖਰੀਦੋ, ਪਲਾਸਟਿਕ ਬੋਤਲ ਵਾਲਾ ਨਾ ਲਓਗੇ। ਪਲਾਸਟਿਕ ਬੋਤਲ ਵਾਲਾ ਲਓਗੇ ਤਾਂ ਪਲਾਸਟਿਕ ਨਾਲ ਆਏਗਾ, ਕਿਉਂਕਿ ਵਿਨੇਗਰ ਇੱਕ ਇਹੋ ਚੀਜ਼ ਹੈ। ਸ਼ਰਾਬ ਔਰ ਸਿਰਕਾ ਕਦੀ ਵੀ ਪਲਾਸਟਿਕ ਦੀ ਬੋਤਲ ਨਹੀਂ ਪਾਉਣਾ ਚਾਹੀਦਾ, ਲੇਕਿਨ ਸਾਡੀ ਬਦਕਿਸਮਤੀ ਕਈ ਵਾਰੀ ਸ਼ਰਾਬ ਵੀ ਪਿੱਛੇ ਜੇ ਖਾਸੀਆਂ ਪਲਾਸਟਿਕ ਦੀਆਂ ਬੋਤਲਾਂ 'ਚ ਆਉਣ ਲੱਗੀ ਸੀ, ਪਿੱਛੇ ਜੇ ਮੈਂ ਫਿਰ ਸੁਣਿਆ ਫਿਰ ਆਉਣ ਲੱਗੀ ਹੈ। ਜਦੋਂ ਕਿਉਂਕਿ ਸ਼ਰਾਬ ਦੇ ਅੰਦਰ ਤੇ ਸਿਰਕੇ ਦੇ ਅੰਦਰ ਪਲਾਸਟਿਕ ਬਹੁਤ ਜ਼ਿਆਦਾ ਘੁਲਦਾ, ਉਹਦੇ ਅੰਦਰ ਤੁਸੀਂ ਜ਼ਹਿਰ ਵੀ ਨਾਲ ਲੈ ਰਹੇ ਹੋ। ਸਿਰਕੇ ਨੂੰ ਦਵਾਈ ਦੇ ਤੌਰ ਤੇ ਵਰਤ ਰਹੇ ਹੋ, ਨਾਲ ਜ਼ਹਿਰ ਲੈ ਰਹੇ ਹੋ। ਇਸ ਕਰਕੇ ਸਿਰਕੇ ਦੀ ਕਦੀ ਵੀ ਬੋਤਲ ਜਿਹੜੀ ਆ ਉਹ ਕੱਚ ਦੀ ਬੋਤਲ ਆ। ਕੱਚ ਦੀ ਬੋਤਲ 'ਚ ਅਵੇਲੇਬਲ ਹੈਗਾ, ਮਾਰਕੀਟ ਥੋੜਾ ਮਹਿੰਗਾ ਹੈ ਲੇਕਿਨ ਅਵੇਲੇਬਲ ਹੈਗਾ। ਸਿਰਕਾ ਜਿਹੜਾ, ਲੇਕਿਨ ਉਹ ਸਿਰਕੇ ਨੂੰ ਜਦੋਂ ਵੀ ਲਾਉਣਾ ਤੁਹਾਨੂੰ ਡਾਇਲੂਟ ਕਰਕੇ ਲਾਉਣਾ। ਮੰਨ ਲਓ ਅੱਧਾ ਕੱਪ ਆਪਾਂ ਜਾਂ ਇੱਕ ਕੱਪ ਪਾਣੀ ਲੈ ਲਿਆ, ਤੁਸੀਂ 2 ਚਮਚੇ ਪਾ ਕੇ ਉਹਨੂੰ ਹੌਲੀ ਹੌਲੀ ਰੂੰ ਦੇ ਫੰਬੇ ਨਾਲ ਜਿੱਥੇ ਜਿੱਥੇ ਚਮੜੀ ਹੈਗੀ ਉੱਥੇ ਥੋੜਾ ਥੋੜਾ ਲਾ ਕੇ ਉਹਨੂੰ ਛੱਡ ਦੇਣਾ 15-20 ਮਿੰਟ ਲਈ, ਉਸ ਤੋਂ ਬਾਅਦ ਧੋ ਲੈਣਾ ਉਹਨੂੰ। ਤਾਂ ਸਿਰਕਾ ਵੀ ਬਹੁਤ ਵਧੀਆ ਉਹ ਹੈ। ਹਲਦੀ ਦਾ ਵੀ ਉਹਨੇ ਕੋ ਪ੍ਰੈਪਰੇਸ਼ਨ ਬਣਾ ਸਕਦੇ ਹਾਂ ਆਪਾਂ। ਹਲਦੀ ਖਾਈ ਵੀ ਜਾ ਸਕਦੀ ਹੈ ਔਰ ਹਲਦੀ ਲਾਈ ਵੀ ਜਾ ਸਕਦੀ ਹੈ। ਹਲਦੀ ਦੇ ਕਿੰਨੇ ਕੰਬੀਨੇਸ਼ਨ ਬਣਾ ਸਕਦੇ ਹਾਂ ਆਪਾਂ। ਹਲਦੀ ਨੂੰ ਦਹੀਂ 'ਚ ਪਾ ਕੇ ਲਾ ਸਕਦੇ ਹਾਂ, ਹਲਦੀ ਨੂੰ ਆਪਾਂ ਕਿਸੇ ਵੀ ਹੋਰ ਬੇਸ ਕੋਈ ਵੀ ਲੈ ਲਓ ਹਲਦੀ ਦਾ, ਜਿਹਦੇ ਅੰਦਰ ਜਿਵੇਂ ਐਲੋਵੇਰਾ ਜੈਲ 'ਚ ਵੀ ਹਲਦੀ ਪਾਈ ਜਾ ਸਕਦੀ ਹੈ। ਸੋ ਇਸੇ ਤਰ੍ਹਾਂ ਕੋਈ ਨਾ ਕੋਈ ਜੇ ਬੇਸ ਆਪਾਂ ਲਵਾਂਗੇ ਤਾਂ ਉਹਦੇ 'ਚ ਹਲਦੀ ਪਾ ਕੇ ਦੁੱਧ 'ਚ ਪਾ ਕੇ ਲਾਈ ਜਾ ਸਕਦੀ ਹੈ, ਕੱਚੇ ਦੁੱਧ 'ਚ ਪਾ ਕੇ ਵੀ ਲਾਈ ਜਾ ਸਕਦੀ ਹੈ, ਘੀ 'ਚ ਪਾ ਕੇ ਲਾਈ ਜਾ ਸਕਦੀ ਹੈ। ਘੀ ਵੀ ਬਹੁਤ ਵੰਡਰਫੁਲ ਜਿਹੜੀ ਹੈ ਉਹ ਸਕਿਨ ਦੀ ਟੌਨਿਕ ਹੈ। ਦੇਸੀ ਘੀ ਔਰ ਖੋਪੇ ਦਾ ਤੇਲ ਐਡੇ ਵੰਡਰਫੁਲ ਸਕਿਨ ਟੌਨਿਕਸ ਨੇ ਇਹ। ਤੁਸੀਂ ਐਜ਼ ਬੇਸ ਯੂਜ਼ ਜਿੱਦਾਂ ਮਰਜ਼ੀ ਕਰ ਲਓ। ਕੋਈ ਹੋਰ ਦਵਾਈ ਘਰ 'ਚ ਬਣਾਉਣੀ ਹੈ ਜਿਹੜੀ ਚਮੜੀ ਤੇ ਲਾਉਣ ਵਾਲੀ, ਉਹਨੂੰ ਖੋਪੇ ਤੇਲ 'ਚ ਬਣਾ ਲਓ ਜਾਂ ਦੇਸੀ ਘੀ 'ਚ ਬਣਾ ਲਓ ਜਾਂ ਦਹੀਂ 'ਚ ਬਣਾ ਲਓ। ਦਹੀਂ ਫੁੱਲ ਫੈਟ ਲਓ, ਦਹੀਂ ਫੁੱਲ ਫੈਟ ਦੁੱਧ ਜੇ ਉਹ ਮਿਲ ਜੇ, ਫੁੱਲ ਫੈਟ ਦੁੱਧ ਦੀ ਦਹੀਂ ਦੇ ਅੰਦਰ ਤੁਸੀਂ ਜੇ ਆਪਾਂ ਪਾ ਕੇ ਕਵਾਂਗੇ ਹਲਦੀ ਤੋਂ ਬਹੁਤ ਹੀ ਵੰਡਰਫੁਲ ਰਿਜ਼ਲਟਸ ਆਉਣਗੇ। ਇਸ ਤਰ੍ਹਾਂ ਦੁਨੀਆ ਦੇ ਲੈਵਲ ਤੇ 2 ਆਇਲਸ ਹੋਰ ਮਸ਼ਹੂਰ ਨੇ। ਇੱਕ ਹੈਗਾ ਟੀ ਟਰੀ ਆਇਲ ਜਿਹੜਾ ਇਹ ਆਸਟ੍ਰੇਲੀਆ ਦਾ, ਤੇ ਇੱਕ ਓਰੇਗਨ ਆਇਲ ਕਰਕੇ ਓਰੇਗਨ ਆਇਲ ਹੈ ਇਹ ਅਮਰੀਕਾ ਦਾ। ਇਹ 2 ਆਇਲ ਜਿਹੜੇ ਨੇ ਆਨਲਾਈਨ ਅਵੇਲੇਬਲ ਨੇ ਦੋਨੋਂ। ਟੀ ਟਰੀ ਆਇਲ ਵੀ ਆਨਲਾਈਨ ਅਵੇਲੇਬਲ ਹੈ ਐਮਾਜ਼ੋਨ ਤੋਂ ਜਾਂ ਹੋਰ ਬਾਕੀ ਸਾਈਟਸ ਤੋਂ, ਤੇ ਜਿਹੜਾ ਓਰੇਗਨ ਆਇਲ ਹੈ ਇਹ ਦੁਨੀਆ ਓਰੇਗਨ ਨਾਰਥ ਅਮਰੀਕਾ ਦਾ। ਇਹ ਉਹੋ ਜਿਹੇ ਪੌਦੇ ਨੇ ਜਿਹੋ ਜਿਹੇ ਸਾਡੇ ਇੱਥੇ ਜਿਹੜੇ ਨੀਮ ਆਇਲ ਹੋ ਗਿਆ, ਜਿਹੜੇ ਇਸ ਲੈਵਲ ਦੇ ਪੌਦੇ ਨੇ, ਉਹ ਕਈ ਵਾਰੀ ਉਹਦਾ ਸਟੇਟਸ ਇਸ ਕਰਕੇ ਬਣ ਜਾਂਦਾ ਕਿਉਂਕਿ ਰਿਸਰਚ ਉਹਦੇ ਹੋਈ ਹੁੰਦੀ ਹੈ। ਕਿਉਂਕਿ ਅੱਜ ਕੱਲ੍ਹ ਮਾਡਰਨ ਮੈਡੀਕਲ ਸਿਸਟਮ ਦੇ ਕੁਝ ਡਾਕਟਰ ਵੀ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਦੇ ਉੱਪਰ ਰਿਸਰਚ ਕਰਨ ਲੱਗ ਗਏ। ਜਿਵੇਂ ਹਲਦੀ ਤੇ ਬਹੁਤ ਰਿਸਰਚ ਹੋਈ ਹੈ, ਐਲੋਵੇਰਾ ਤੇ ਬਹੁਤ ਰਿਸਰਚ ਹੋਈ ਹੈ, ਬਹੁਤ ਸਾਰੀਆਂ ਹਰਬਸ ਦੇ ਉੱਪਰ ਬਹੁਤ ਵੰਡਰਫੁਲ ਰਿਜ਼ਲਟਸ ਹੋ ਰਹੀ ਹੈ, ਰਿਸਰਚ ਹੋ ਰਹੀ ਹੈ ਔਰ ਉਹਨਾਂ ਦਾ ਜਿਹੜਾ ਸਟੇਟਸ ਹੈ ਉਹ ਬਣ ਗਿਆ ਸੀ। ਉਹ ਟੀ ਟਰੀ ਆਇਲ ਜਿਹੜਾ ਓਰੇਗਨ ਆਇਲ ਹੈ, ਇਹ 2 ਆਇਲ ਨੇ ਜਿਹੜੇ ਕਿ ਇੰਟਰਨੈਸ਼ਨਲੀ ਰਿਸਰਚ ਹੋ ਚੁੱਕੀ ਹੈ ਉਹਦੇ ਉੱਪਰ। ਤੋ ਇਹ ਮੋਟਾ ਜਿਹੜਾ ਇਹ ਜਿਹੜੀਆਂ ਹੋਮ ਰੈਮਡੀਜ਼ ਨੇ, ਉਹਦੇ ਅੰਦਰ ਲਾਸਟ ਤੇ ਆਪਾਂ ਜਿਹੜੀ ਕਰਦੇ ਹਾਂ ਗੱਲ ਉਹ ਹੈਗੀ ਹੈ ਸਟ੍ਰੈਸ ਮੈਨੇਜਮੈਂਟ। ਤਣਾਅ ਦਾ ਨੋਨ ਹੈ ਕਿ ਤਣਾਅ ਦੇ ਅੰਦਰ ਸਾਰੇ ਆਟੋਮਿਊਨ ਡਿਸਆਰਡਰ ਵਰਸ ਹੋ ਜਾਂਦੇ ਆ, ਸਾਰੇ ਦੇ ਸਾਰੇ। ਬਾਕੀ ਟੋਟਲ ਇਮਿਊਨਿਟੀ ਦਾ ਸਤਿਆਨਾਸ਼ ਵੱਜਦਾ ਹੀ ਵੱਜਦਾ, ਸਾਰੇ ਸਰੀਰ 'ਚ ਕੋਈ ਵੀ ਬਿਮਾਰੀ ਵੱਧ ਲੱਗੇਗੀ ਤਣਾਅ ਵਾਲੇ ਬੰਦੇ ਨੂੰ, ਲੇਕਿਨ ਆਟੋਮਿਊਨ ਡਿਸਆਰਡਰ ਖਾਸ ਤੌਰ ਤੇ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਜਾਂਦੇ ਆ। ਤੋ ਸਟ੍ਰੈਸ ਮੈਨੇਜਮੈਂਟ ਦਾ ਆਪਾਂ ਨੂੰ ਬਾਰ-ਬਾਰ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਸਟ੍ਰੈਸ ਮੈਨੇਜਮੈਂਟ, ਜਿੰਨਾ ਤਣਾਅ ਸਾਡੇ ਉੱਪਰ ਭਾਰੂ ਹੋ ਰਿਹਾ, ਜਿੰਨਾ ਅਸੀਂ ਡਰ ਰਹੇ ਹਾਂ, ਜਿੰਨਾ ਅਸੀਂ ਨੈਗੇਟਿਵਿਟੀ 'ਚ ਰਹਿ ਰਹੇ ਹਾਂ, ਜਿੰਨਾ ਅਸੀਂ ਚਿੰਤਾ 'ਚ ਰਹਿ ਰਹੇ ਹਾਂ, ਡਿਪਰੈਸ਼ਨ 'ਚ ਰਹਿ ਰਹੇ ਹਾਂ,
ਦੀ ਕੋਈ ਜ਼ਰੂਰਤ ਨਹੀਂ ਹੈ। ਆਪਾਂ ਆਮ ਤੌਰ ਤੇ ਕਹਿੰਦੇ ਨਹੀਂ ਜੀ, ਤਾਂ ਜ਼ਿੰਦਗੀ ਬੜੀ ਔਖੀ ਹੋ ਗਈ ਹੈ, ਜ਼ਿੰਦਗੀ ਬੜੀ ਉਲਝ ਗਈ ਹੈ, ਜ਼ਿੰਦਗੀ ਮਸ਼ੀਨ ਉਲਝੀ ਰਹੀ ਹੈ। ਕਦੋਂ ਜ਼ਿੰਦਗੀ ਨਹੀਂ ਸੀ ਉਲਝੀ ਹੋਈ? ਜਦੋਂ ਵੇਦਾਂ ਦਾ ਜ਼ਮਾਨਾ ਸੀਗਾ, ਰਾਮਚੰਦਰ ਨੂੰ ਬਨਵਾਸ ਮਿਲਿਆ ਤੇ ਉਦੋਂ ਜ਼ਿੰਦਗੀ ਕੱਢਣੀ ਸੀ ਉਲਝੀ ਹੋਈ। ਜਦੋਂ ਮਹਾਂਭਾਰਤ ਦਾ ਸਮਾਂ ਸੀ ਤੇ ਕ੍ਰਿਸ਼ਨ ਭਗਵਾਨ ਸੀ ਤੇ ਕੌਰਵ ਪਾਂਡਵ ਸੀ, ਉਦੋਂ ਜ਼ਿੰਦਗੀ ਨਹੀਂ ਸੀ ਉਲਝੀ ਹੋਈ। ਜਦੋਂ ਬਾਬਾ ਨਾਨਕ ਸੀ ਉਦੋਂ ਵੀ ਜ਼ਿੰਦਗੀ ਬਹੁਤ ਉਲਝੀ ਸੀ, ਉਹਨੂੰ ਵੀ ਕਈ ਠੱਗਾਂ ਨਾਲ ਵਾਸਤਾ ਪਿਆ। ਇਸ ਕਰਕੇ ਜ਼ਿੰਦਗੀ ਹਮੇਸ਼ਾ ਹੀ ਉਲਝੀ ਹੁੰਦੀ ਹੈ, ਉਹਨੂੰ ਉਹਦੀ ਉਲਝਣ ਚ ਉਲਝਣਾ ਨਹੀਂ ਚਾਹੀਦਾ। ਸਟ੍ਰੈਸ ਮੈਨੇਜਮੈਂਟ ਹਰ ਲੈਵਲ ਤੇ ਹੋ ਸਕਦੀ ਹੈ। ਸਟ੍ਰੈਸ ਨੂੰ ਤੁਸੀਂ ਆਪਣਾ ਬਜਾਏ ਤੁਹਾਡਾ ਦੁਸ਼ਮਣ ਹੋਣ ਦੇ ਉਦੋਂ ਦੋਸਤ ਬਣਾ ਸਕਦੇ ਆਪਾਂ। ਸਟ੍ਰੈਸ ਜੇ ਸਾਡੇ ਕਬਜ਼ੇ 'ਚ ਹੈ ਤਾਂ ਸਾਡਾ ਦੋਸਤ ਹੈ, ਸਟ੍ਰੈਸ ਜੇ ਸਾਡੇ ਭਾਰੂ ਸਿਰ ਤੇ ਬਹਿ ਗਿਆ ਆ ਕੇ ਤਾਂ ਸਾਡਾ ਦੁਸ਼ਮਣ ਹੈ। ਤਾਂ ਸਟ੍ਰੈਸ ਕੋਈ ਆਪਣੇ ਆਪ 'ਚ ਚੀਜ਼ ਨਹੀਂ ਹੈ। ਸਟ੍ਰੈਸ ਨੂੰ ਅਸੀਂ ਆਪਣਾ ਪਾਵਰਫੁਲ ਹਥਿਆਰ ਬਣਾ ਸਕਦੇ ਹਾਂ। ਸਟ੍ਰੈਸ ਸਾਨੂੰ ਆਪਣਾ ਜਿਹੜਾ ਵਿਕਟਮ ਵੀ ਬਣਾ ਸਕਦਾ। ਸਟ੍ਰੈਸ ਮੈਨੇਜਮੈਂਟ ਦੀ ਆਪਾਂ ਉਹ ਸੈਪਰੇਟ ਗੱਲ ਕਰਨ ਵਾਲੀ। ਸਟ੍ਰੈਸ ਮੈਨੇਜਮੈਂਟ ਜਿਹੜੀ ਹੈ ਉਹ ਵੀ ਸਿੱਖਣੀ ਬਹੁਤ ਜ਼ਰੂਰੀ ਹੈ। ਔਰ ਲਾਸਟ ਕਿ ਕਿਵੇਂ ਅਸੀਂ ਹੋਮੋਪੈਥੀ ਦੀ ਹੈਲਪ ਲੈ ਸਕਦੇ ਹਾਂ। ਬਹੁਤ ਸਾਰੇ ਹੋਮੋਪੈਥੀ ਦੇ ਅੰਦਰ ਇਹਨਾਂ ਬਿਮਾਰੀਆਂ ਦਾ ਬਹੁਤ ਅੱਛਾ ਇਲਾਜ ਹੈ। ਕਿਵੇਂ ਅਸੀਂ ਆਯੁਰਵੇਦ ਦੀ ਹੈਲਪ ਲੈ ਸਕਦੇ ਹਾਂ। ਔਰ ਲਾਸਟਲੀ ਆਪਾਂ ਜੇ ਮਸਲਾ ਸਿਰ ਤੋਂ ਦੀ ਲੰਘਦਾ ਦਿਖੇ ਤਾਂ ਐਲੋਪੈਥੀ ਦੀ ਮਦਦ ਵੀ ਲੈ ਸਕਦੇ ਹਾਂ। ਕੋਈ ਐਲੋਪੈਥੀ ਕੋ ਅਨਟੱਚੇਬਲ ਨਹੀਂ ਹੈ। ਐਲੋਪੈਥੀ ਦੇ ਅੰਦਰ ਵੀ ਬਹੁਤ ਅੱਛੀਆਂ ਦਵਾਈਆਂ ਨੇ, ਲੇਕਿਨ ਉਹ ਸਾਨੂੰ ਇਤਰਾਜ਼ ਇਹ ਹੈ ਕਿ ਉਹ ਦਵਾਈਆਂ ਜਿਹੜੀਆਂ ਨੇ ਸਿਰਫ ਸਪਰੈਸਿਵ ਨੇ। ਉਹਨੂੰ ਜੇ ਅਗਰ ਲੋੜ ਤੋਂ ਵੱਧ ਬੰਦਾ ਤੰਗ ਹੋ ਰਿਹਾ ਹੈ, ਮਤਲਬ ਬੰਦਾ ਸੁਸਾਈਡ ਕਰਨ ਨੂੰ ਫਿਰਦਾ ਹੈ, ਇੰਨਾ ਜ਼ਿਆਦਾ ਇਸ ਲੈਵਲ ਤੇ ਆ ਜਾਂਦੇ ਕਈ ਵਾਰੀ ਬੰਦੇ, ਇੰਨੀ ਜ਼ਿਆਦਾ ਅਲਾਮਤਾਂ ਹੋ ਰਹੀਆਂ ਹੁੰਦੀਆਂ, ਇੰਨੀ ਜ਼ਿਆਦਾ ਤੰਗ ਹੋ ਰਿਹਾ ਹੁੰਦਾ ਬੰਦਾ ਕਿ ਬੰਦਾ ਕਹਿੰਦਾ ਮੈਂ ਤੇ ਤੈਨੂੰ ਮਰ ਜਾਣਾ ਚੰਗਾ। ਇਹੋ ਜਿਹੇ ਪੱਧਰ ਤੇ ਅਗਰ ਬੰਦਾ ਜਾ ਰਿਹਾ ਤਾਂ ਫਿਰ ਉਹਨੂੰ ਆਪਾਂ ਇੱਕ ਵਾਰੀ ਐਲੋਪੈਥੀ ਦੀ ਮਦਦ ਵੀ ਲੈਣ 'ਚ ਕੋਈ ਇਤਰਾਜ਼ ਨਹੀਂ ਹੈ। ਉਹਨੂੰ ਕਿਉਂਕਿ ਵਿਅਕਤੀ ਨੂੰ ਆਰਾਮ ਪਹੁੰਚਾਉਣਾ ਜਿਹੜਾ ਸਾਡਾ ਮਕਸਦ ਉਹ ਹੈ। ਵਿਅਕਤੀ ਜਿਹੜਾ ਸਫਰ ਕਰ ਰਿਹਾ, ਜੋ ਉਹਦੇ ਤੋਂ ਪੀੜਤ ਹੈ, ਉਹਦੀ ਮਦਦ ਕਰਨੀ ਸਾਡਾ ਸਭ ਦਾ ਫਰਜ਼ ਹੈ। ਤੇ ਉਹਦੇ ਅੰਦਰ ਐਲੋਪੈਥੀ ਦੀ ਮਦਦ ਨਹੀਂ ਲੈ ਸਕਦੇ। ਆਪਾਂ ਇੱਕ ਵਾਰੀ ਇੱਥੇ ਸਵੇਰੇ ਦੀ ਗੱਲ ਬੰਦ ਕਰਦੇ ਹਾਂ ਤੇ ਹੁਣ